ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਤਖ਼ਤ ਚਵਰ ਛਤਰ ਦੇ ਮਾਲਕ, ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ, ਗੁਰੂ ਰੂਪ ਖਾਲਸਾ ਸਾਧ ਸੰਗਤ। ਅੰਮ੍ਰਿਤ ਵੇਲੇ ਰਾਤਰੀ ਦਾ ਚੌਥਾ ਪਹਿਰ, ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਦੀਵਾਨ ਸਜਿਆ। ਸਜ ਰਹੇ ਦੀਵਾਨ ਅੰਦਰ ਆਪ ਸਭ ਸੰਗਤ ਨੇ। ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕੀਤੇ। ਅੰਮ੍ਰਿਤ ਬਾਣੀ, ਨਿਤਨੇਮ ਸਰਵਣ ਕਰਕੇ ਆਪਣੇ ਜੀਵਨ ਦਾ ਮਹਾਨ ਲਾਹਾ ਪ੍ਰਾਪਤ ਕੀਤਾ, ਆਨੰਦ ਮਾਣਿਆ। ਗੁਰੂ ਘਰ ਦੀ ਰੋਜ਼ਾਨਾ ਮਰਿਆਦਾ, ਅੰਮ੍ਰਿਤ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਨਾਲ ਜੁੜੀਏ ਅਤੇ ਆ ਰਹੀ ਕਥਾ ਸਰਵਣ ਕਰਕੇ ਆਪਣੇ ਜੀਵਨ ਦਾ ਹੋਰ ਲਾਹਾ ਪ੍ਰਾਪਤ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਸਾਧ ਸੰਗਤ, ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਿੱਧਾਂ ਦੇ ਪਰਥਾਏ ਉਪਦੇਸ਼ ਬਖਸ਼ਦੇ ਨੇ। ਸਿੱਧ ਕਹਿਣ ਲੱਗੇ, ਮਹਾਰਾਜ ਵੇਦਾਂ ਸ਼ਾਸਤਰਾਂ ਵਿੱਚ ਕਰਮ ਕਾਂਡ, ਉਪਾਸਨਾ ਅਤੇ ਗਿਆਨ ਕਥਨ ਕੀਤਾ ਹੈ। ਤੁਸੀਂ ਵੀ ਕੋਈ ਕਰਮ ਦੱਸੋ। ਸਤਿਗੁਰੂ ਮਹਾਰਾਜ ਨੇ ਬਚਨ ਕੀਤੇ, ਭਾਈ ਅਸੀਂ ਤੁਹਾਨੂੰ 5 ਅਵਸਥਾ ਬਾਰੇ ਦੱਸਾਂਗੇ ਜੋ ਗੁਰਮੁਖ ਪ੍ਰਮਾਤਮਾ ਦੀ ਬੰਦਗੀ ਕਰਦੇ ਨੇ। ਪਹਿਲਾਂ ਉਹਨਾਂ ਦੇ ਜੀਵਨ ਅੰਦਰ ਧਰਮ ਖੰਡ ਹੁੰਦਾ ਹੈ। ਧਰਮ ਦੇ ਸਾਰੇ ਕਰਮ ਕੀਤੇ ਜਾਂਦੇ ਨੇ। ਗੁਰਮਤਿ ਵਿੱਚ ਜੋ ਸਤਿਗੁਰੂ ਜੀ ਨੇ ਸਾਨੂੰ ਧਰਮ ਬਖਸ਼ਿਆ ਹੈ, ਜੀਵਨ ਦਿੱਤਾ ਹੈ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤਸਰ ਨਹਾਵੈ। ਸਤਿਗੁਰਾਂ ਦੀ ਸੇਵਾ ਕਰਨੀ, ਸੰਗਤਾਂ ਦੀ ਸੇਵਾ ਕਰਨੀ ਸਭ ਤੋਂ ਵੱਡਾ ਤਪ ਹੈ। ਗੁਰਬਾਣੀ ਦਾ ਨਿਤਨੇਮ ਸਿਮਰਨ ਸਭ ਤੋਂ ਵੱਡਾ ਜਾਪ ਹੈ। ਇਸ ਤਰ੍ਹਾਂ ਉਹਨਾਂ ਗੁਰਮੁਖਾਂ ਨੂੰ ਵਾਹਿਗੁਰੂ ਪਰਮੇਸ਼ਰ ਦੇ ਪਾਸੋਂ ਗਿਆਨ ਪ੍ਰਾਪਤ ਹੁੰਦਾ ਹੈ। ਗਿਆਨ ਅਵਸਥਾ ਦੇ ਵਿੱਚ ਮਹਾਰਾਜ ਜੀ ਨੇ ਦੱਸਿਆ ਕਿ ਬੇਅੰਤ ਹੀ ਉਹਨਾਂ ਦੇ ਤਾਈਂ ਸਭ ਕੁਝ ਨਜ਼ਰ ਆਉਂਦਾ ਹੈ। ਹਰ ਚੀਜ਼ ਉਹਨਾਂ ਨੂੰ ਕਈ ਕਈ ਰੂਪਾਂ ਦੇ ਵਿੱਚ
ਕਿੱਥੋਂ ਤੱਕ ਪਰਮਾਤਮਾ ਨੇ ਪੈਦਾ ਕੀਤੀ ਹੈ, ਇਹ ਦਿਸ ਪੈਂਦਾ ਹੈ। ਹੁਣ ਅੱਗੇ ਸਤਿਗੁਰੂ ਮਹਾਰਾਜ ਸਰਮ ਖੰਡ ਨੂੰ ਦੱਸਦੇ ਨੇ। ਪਹਿਲਾਂ ਮਹਾਰਾਜ ਜੀ ਨੇ ਜਿਹੜਾ ਸੇਵਕ ਹੈ, ਜਿਹਨੂੰ ਗਿਆਨ ਖੰਡ ਦੀ ਪ੍ਰਾਪਤੀ ਹੋ ਜਾਂਦੀ ਹੈ, 2 ਪੰਗਤੀਆਂ ਵਿੱਚ ਉਸ ਪਰਥਾਈ ਦੱਸਿਆ। ਉਸ ਤੋਂ ਅੱਗੇ ਜਿਹੜਾ ਸਿੱਖ ਹੈ, ਉਸ ਦੀ ਅਵਸਥਾ ਕਥਨ ਕਰਦੇ ਹਨ। ਪਹਿਲਾਂ ਸਤਿਗੁਰੂ ਜੀ ਸੇਵਕ ਬਾਰੇ ਦੱਸਦੇ ਨੇ। ਜਿਨ੍ਹਾਂ ਪ੍ਰਥਾਏ ਮਹਾਰਾਜ ਬਚਨ ਕੀਤੇ ਸੀ, ਕੀਤੀਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ। ਜਿਹੜੇ ਪਰਮਾਤਮਾ ਦੇ ਸੇਵਕ, ਉਹਨਾਂ ਅੰਦਰ ਜਿਹੜੀ ਸ੍ਰੇਸ਼ਟ ਪ੍ਰੀਤ ਹੈ, ਮਹਾਰਾਜ ਕਹਿੰਦੇ ਉਹ ਵੀ ਕਿੰਨੀਆਂ ਹਨ, ਦੱਸਿਆ ਨਹੀਂ ਜਾ ਸਕਦਾ। ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਜਿਹੜਾ ਪਰਮੇਸ਼ਰ ਦਾ ਸੇਵਕ ਹੈ, ਗਿਆਨ ਖੰਡ ਦੇ ਵਿੱਚ ਉਸ ਦੇ ਮਨ ਅੰਦਰ ਗਿਆਨ ਖੰਡ ਜਿਹੜੀ ਇਹ ਅਵਸਥਾ ਹੈ, ਉੱਥੇ ਸਤਿਗੁਰੂ ਮਹਾਰਾਜ ਕਹਿੰਦੇ ਗਿਆਨ ਪ੍ਰਚੰਡ। ਜਿਹੜਾ ਹੋਰ ਦੁਨੀਆ ਦਾ ਗਿਆਨ ਹੈ, ਪਦਾਰਥਾਂ ਦਾ ਗਿਆਨ, ਮੋਹ ਮਾਇਆ ਦਾ, ਸੰਸਾਰ ਦਾ ਗਿਆਨ, ਇਹ ਪਰ ਵਿਸ਼ੇਸ਼ ਕਰਕੇ ਚੰਡ ਨਾਸ ਹੋ ਜਾਂਦਾ ਹੈ। ਗਿਆਨ ਕਰਕੇ ਇਹ ਸਾਰਾ ਜੋ ਪਹਿਲਾਂ ਪਸਾਰਾ ਦਿਸਦਾ ਸੀ, ਪਹਿਲਾਂ ਭਿੰਨ ਭਿੰਨ ਦਿਸਦਾ ਸੀ, ਸਾਰਿਆਂ ਦਾ ਵੱਖੋ ਵੱਖਰਾ ਗਿਆਨ ਭਾਸਦਾ ਸੀ, ਸਾਰਿਆਂ ਵਿੱਚ ਮਾਇਆ ਕਲਪਤ ਹੋਣ ਕਰਕੇ ਬ੍ਰਹਮ ਨਜ਼ਰ ਨਹੀਂ ਸੀ ਆਉਂਦਾ। ਪਰ ਗਿਆਨ ਅਵਸਥਾ ਦੇ ਵਿੱਚ ਉਸ ਦੇ ਤਾਈਂ ਇੱਕ ਪਰਮਾਤਮਾ ਦਾ ਹੀ ਗਿਆਨ ਰਹਿ ਜਾਂਦਾ ਹੈ। ਤਿੱਥੈ ਨਾਦ ਵਿਨੋਦ ਕੋਡ ਆਨੰਦ। ਉੱਥੇ ਮਹਾਰਾਜ ਕਹਿੰਦੇ ਨਾਦ ਨਾਮ ਹੈ ਸ਼ਬਦ ਦਾ। ਜਿਵੇਂ ਕਿਸੇ ਦਾ ਬੱਚਾ ਮੇਲੇ ਵਿੱਚ ਗਵਾਚ ਜਾਵੇ ਤੇ ਕੋਈ ਉਸ ਨੂੰ ਦੱਸਦਾ ਹੈ ਵੀ ਤੇਰਾ ਬੱਚਾ ਫਲਾਣੇ ਥਾਂ ਤੇ ਖੜਾ ਹੈ, ਇੰਨਾ ਸੁਣ ਕੇ ਉਹਨੂੰ ਆਨੰਦ ਹੁੰਦਾ ਹੈ, ਜਿਹਦਾ ਬੱਚਾ ਗਵਾਚ ਜੇ। ਇੱਕ ਸੁਣਨ ਦੇ ਨਾਲ ਆਨੰਦ ਹੋਇਆ। ਫਿਰ ਵਿਨੋਦ, ਜਦੋਂ ਉਹ ਜਾ ਕਰਕੇ ਆਪਣੇ ਬੱਚੇ ਨੂੰ ਦੇਖਦਾ ਹੈ, ਉਸ ਦੇ ਨਾਲ ਹੀ ਆਨੰਦ ਪ੍ਰਾਪਤ ਹੁੰਦਾ ਹੈ, ਕੋਟ ਆਨੰਦ। ਤੇ ਜਦੋਂ ਬੱਚਾ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ, ਮਿਲ ਜਾਂਦਾ ਹੈ, ਇਸ ਦੇ ਨਾਲ ਕਰੋੜਾ ਆਨੰਦ ਪ੍ਰਾਪਤ ਹੁੰਦਾ ਹੈ। ਇਹ ਦਾਤ ਦ੍ਰਿਸ਼ਟਾਂਤ ਦੱਸਦੇ ਮਹਾਰਾਜ ਕਿ ਭਾਈ ਜਿਹੜੇ ਗਿਆਨ ਖੰਡ ਵਿੱਚ ਪਹੁੰਚ ਜਾਂਦੇ ਹਨ, ਉਹਨਾਂ ਨੂੰ ਨਾਦ ਸਭ ਥਾਵਾਂ ਤੇ ਬ੍ਰਹਮ ਹੀ ਸੁਣਦਾ ਹੈ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਬੋਲਤ ਹੈ ਨਹੀਂ ਹੋਰ। ਕੋਈ ਪੰਛੀ, ਕੋਈ ਹਿਰਨ, ਪਸ਼ੂ, ਕੋਈ ਵੀ ਉਹਨਾਂ ਨੂੰ ਆਵਾਜ਼ ਕੰਨਾਂ ਵਿੱਚ ਪੈ ਰਹੀ ਹੈ, ਉਹਨਾਂ ਨੂੰ ਹਰ ਪਾਸਿਓਂ ਪਰਮਾਤਮਾ ਦਾ ਨਾਮ ਹੀ ਸੁਣਦਾ ਹੈ। ਸਭੋ ਜਪੀਐ ਜਾਪ, ਜੇ ਮੁਖ ਹੋ ਬਲੇਟਿਆ। ਜੋ ਵੀ ਮੁਖ ਤੋਂ ਕੋਈ ਬੋਲਦਾ ਹੈ, ਪਰਮਾਤਮਾ ਦਾ ਨਾਮ ਹੀ ਸੁਣਦਾ ਹੈ। ਇਹਨਾਂ ਉਹਨਾਂ ਨੂੰ ਆਨੰਦ ਪ੍ਰਾਪਤ ਹੋ ਜਾਂਦਾ ਹੈ ਸੁਣਨ ਕਰਕੇ। ਵਿਨੋਦ, ਫਿਰ ਉਹ ਸਭ ਥਾਵਾਂ ਤੇ ਵਾਹਿਗੁਰੂ ਦੇ ਕੌਤਕ ਹੀ ਦੇਖਦੇ ਨੇ ਕਿ ਸਭ ਕੁਝ ਉਹੀ ਪਰਮਾਤਮਾ ਕਰਨ ਕਰਾਉਣ ਵਾਲਾ ਹੈ। ਧੀਰੋ ਦੇਖ ਤੁਮਾਰੇ ਰੰਗਾ।
ਹਰ ਚੋਜ ਤਮਾਸ਼ਾ, ਭਾਵੇਂ ਕੋਈ ਆਕਾਸ਼ ਵਿੱਚ ਖੇਡ ਵਰਤ ਰਹੀ ਹੈ, ਭਾਵੇਂ ਸੰਸਾਰ ਦੇ ਵਿੱਚ ਜੀਵਾਂ ਦੁਆਰਾ ਜਾਂ ਕੁਦਰਤ ਦੁਆਰਾ ਕੋਈ ਖੇਡ ਵਰਤ ਰਹੀ ਹੈ, ਉਹਨਾਂ ਨੂੰ ਸਾਰੇ ਕੌਤਕਾਂ ਦੇ ਵਿੱਚ ਪਰਮਾਤਮਾ ਹੀ ਦਿਸਦਾ ਹੈ। ਇਸ ਤਰ੍ਹਾਂ ਬੇਅੰਤ ਆਨੰਦ ਪ੍ਰਾਪਤ ਹੁੰਦਾ ਹੈ, ਕੋਡ ਆਨੰਦ। ਤੇ ਜਦੋਂ ਉਹ ਪਰਮਾਤਮਾ ਨੂੰ ਸਖਿਆਤ ਕਰ ਲੈਂਦੇ ਨੇ ਆਪਣੇ ਹਿਰਦੇ ਵਿੱਚ, ਸਾਹਮਣੇ ਦੇਖ ਲੈਂਦੇ ਨੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਕਿ ਉਸ ਤੋਂ ਬਿਨਾਂ ਹੈ ਹੀ ਕੁਝ ਨਹੀਂ। ਇਹ ਉਹਨਾਂ ਨੂੰ ਕਰੋੜ ਆਨੰਦ ਪ੍ਰਾਪਤ ਹੋਇਆ ਹੈ। ਸਰਵਣ ਕਰਕੇ, ਮੰਨਣ ਕਰਕੇ ਜਿਹੜਾ ਆਨੰਦ ਪ੍ਰਾਪਤ ਹੋਣਾ ਹੈ, ਨਿਧਿਆਸਨ ਕਰਕੇ ਉਹਨਾਂ ਨੂੰ ਕਰੋੜਾਂ ਆਨੰਦ ਪ੍ਰਾਪਤ ਹੋਇਆ ਹੈ। ਸਿੱਧ ਕਹਿਣ ਲੱਗੇ, ਮਹਾਰਾਜ ਹੁਣ ਸਾਨੂੰ ਅੱਗੇ ਕੁਝ ਦੱਸੋ, ਜਿਹੜੀ ਕਰਮ ਕਾਂਡ ਤੋਂ ਅੱਗੇ ਉਪਾਸਨਾ ਆਉਂਦੀ ਹੈ ਨਾ, ਉਹਦਾ ਕਥਨ ਕਰੋ। ਸਤਿਗੁਰੂ ਮਹਾਰਾਜ ਕਹਿੰਦੇ, ਭਾਈ ਉਹ ਹੈ ਸਰਮ ਖੰਡ। ਸ਼ਰਮ ਨਾਮ ਹੁੰਦਾ ਸ਼ਰਮ ਰੱਖਣ ਦਾ। ਜਿਹੜੇ ਸ਼ਰਮ ਖੰਡ ਵਿੱਚ ਪਹੁੰਚ ਜਾਂਦੇ ਨੇ, ਉਹਨਾਂ ਨੂੰ ਸ਼ਰਮ ਆਉਣ ਲੱਗ ਜਾਂਦੀ ਹੈ। ਸ਼ਰਮ ਖੰਡ ਕੀ ਬਾਣੀ ਰੂਪ, ਸ਼ਰਮ ਖੰਡ ਦੇ ਵਿੱਚ ਪਹੁੰਚ ਕਰਕੇ ਜਿਹੜੇ ਗੁਰਮੁਖ ਹਨ, ਉਹਨਾਂ ਦਾ ਜੀਵਨ ਇੰਨਾ ਉੱਚਾ ਬਣ ਜਾਂਦਾ ਹੈ ਕਿ ਸਾਡੇ ਪਰਿਵਾਰ ਦੇ ਵਿੱਚ ਮੇਰੇ ਪਿਤਾ ਪੁਰਖਿਆਂ ਨੇ ਸਿੱਖੀ ਕਮਾਈ ਹੈ ਤੇ ਮੈਂ ਵੀ ਸਿੱਖੀ ਕਮਾਉਣੀ ਹੈ। ਸੰਤ ਗਿਆਨੀ ਸ਼ਾਮ ਸਿੰਘ ਮਹਾਂਪੁਰਖਾਂ ਕੋਲ ਇੱਕ ਸ਼ਾਹੂਕਾਰ 500 ਰੁਪਈਆ ਲੈ ਕੇ ਆਇਆ। ਮਹਾਂਪੁਰਖਾਂ ਨੇ ਇਸ ਨੂੰ ਵਾਪਸ ਭੇਜ ਦਿੱਤਾ। ਕਈ ਵਾਰ ਲੈ ਕੇ ਆਇਆ, ਮੋੜ ਦਿੱਤਾ। ਇੱਕ ਸੇਵਕ ਨੇ ਪੁੱਛਿਆ, ਮਹਾਂਪੁਰਖੋ ਕੀ ਕਾਰਨ, ਤੁਸੀਂ ਇਹਦੇ ਕੋਲੋਂ ਪੈਸੇ ਕਿਉਂ ਨਹੀਂ ਲੈ ਰਹੇ? ਮਹਾਂਪੁਰਖ ਕਹਿੰਦੇ, ਭਾਈ ਇਹਦਾ ਪਿਤਾ ਬਹੁਤ ਕਮਾਈ ਵਾਲਾ ਸਿੱਖ ਸੀ, ਪਰ ਇਹ ਪਤਿਤ ਹੋ ਚੁੱਕਿਆ। ਇਹਨੇ ਆਪਣੇ ਘਰੋਂ ਸਿੱਖੀ ਦੀ ਜੜ ਪੱਟ ਦਿੱਤੀ ਹੈ। ਉਸ ਸਮੇਂ ਮਹਾਂਪੁਰਖਾਂ ਨੇ ਬਚਨ ਕੀਤੇ, ਜੇ ਪਿਤਾ ਸਾਬਤ ਸੂਰਤ ਹੈ, ਅੰਮ੍ਰਿਤਧਾਰੀ ਹੈ, ਤੇ ਪੁੱਤਰ ਅੱਗੇ ਵਾਲ ਕਟਾਉਣ ਲੱਗ ਜੇ, ਦਾੜੀ ਮਨਾਉਣ ਲੱਗ ਜਾਵੇ, ਤਾਂ ਉਹਦੇ ਘਰ ਅੰਦਰੋਂ ਸਿੱਖੀ ਦੀ ਜੜ ਸੁੱਕ ਜਾਂਦੀ ਹੈ। ਜੇ ਪਿਤਾ ਸਾਬਤ ਸੂਰਤ ਨਹੀਂ ਹੈ, ਵਾਲ ਕਟਾਉਂਦਾ, ਦਾੜੀ ਮਨਾਉਂਦਾ ਹੈ, ਰਹਿਤ ਨਹੀਂ ਰੱਖਦਾ, ਤੇ ਪੁੱਤਰ ਅੱਗੇ ਅੰਮ੍ਰਿਤ ਛਕ ਲਵੇ, ਸਿੱਖੀ ਕਮਾਉਣ ਲੱਗ ਜਾਵੇ, ਤੇ ਉਹਦੇ ਘਰ ਵਿੱਚ ਸਿੱਖੀ ਦੀ ਜੜ ਹਰੀ ਹੋ ਜਾਂਦੀ। ਉਸ ਸਮੇਂ ਮਹਾਂਪੁਰਖਾਂ ਨੇ ਬਚਨ ਕੀਤੇ। ਜਿਹੜੇ ਸ਼ਰਮਖੰਡ ਵਿੱਚ ਗੁਰਮੁਖ ਪਹੁੰਚ ਜਾਂਦੇ ਨੇ, ਉਹ ਔਗਣਾਂ ਵੱਲੋਂ ਸ਼ਰਮ ਕਰਦੇ ਨੇ, ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੈ। ਜਿਵੇਂ ਘਰ ਦੇ ਵਿੱਚ ਆਪਣੀ ਮਾਂ ਹੈ, ਆਪਣੀ ਭੈਣ ਹੈ, ਆਪਣੇ ਬੱਚੀਆਂ ਹਨ, ਉਹਨਾਂ ਨੂੰ ਜਿਵੇਂ ਦੇਖਣਾ ਹੈ, ਉਵੇਂ ਹੀ ਸੰਸਾਰ ਦੇ ਵਿੱਚ ਨਿਗਾਹ ਬਣਾ ਕੇ ਰੱਖਣੀ। ਸ਼ਰਮ ਰੱਖਣੀ ਵਿਸ਼ੇ ਵੱਲੋਂ, ਵਿਕਾਰਾਂ ਵੱਲੋਂ, ਔਗਣਾਂ ਵੱਲੋਂ, ਪਾਪਾਂ ਵੱਲੋਂ। ਸ਼ਰਮ ਖੰਡ ਕੀ ਬਾਣੀ ਰੂਪ, ਤੇ ਉਹਨਾਂ ਦੀ ਜਿਹੜੀ ਬਾਣੀ ਹੈ ਬਹੁਤ ਮਿਠਾਸ ਵਾਲੀ ਬਣ ਜਾਂਦੀ ਹੈ। ਜਿਵੇਂ ਖੰਡ ਹੁੰਦੀ ਹੈ ਨਾ, ਇੰਨੀ ਮਿਠਾਸ ਵਾਲੀ। ਉਹ ਫਿਰ ਜੋ ਵੀ ਮੁਖ ਤੋਂ ਬੋਲਦੇ ਨੇ, ਕੁਰਬਾਨੀ ਤਿੰਨਾਂ ਗੁਰਸਿੱਖਾਂ, ਗੁਰਮਤ ਬੋਲ ਬੋਲੇ ਮਿੱਠਾ। ਭਾਈ ਗੁਰਦਾਸ ਜੀ ਬਚਨ ਕਰਦੇ, ਕਹਿੰਦੇ ਬੜੇ ਮਿੱਠੇ ਬਚਨ ਬੋਲਦੇ। ਕੋਈ ਦੁਸ਼ਮਣ ਵੀ ਆ ਜੇ ਨਾ, ਵਿਰੋਧੀ ਵੀ,
ਉਹਨੂੰ ਵੀ ਬੜੇ ਪਿਆਰ ਨਾਲ ਸਮਝਾਉਂਦੇ ਨੇ। ਉਹਨਾਂ ਦੀ ਬਾਣੀ ਵਿੱਚ ਰੂਪ ਬਣ ਜਾਂਦਾ ਹੈ, ਉਹਨਾਂ ਦੀ ਬਾਣੀ ਮਿਠਾਸ ਵਾਲੀ ਹੋ ਜਾਂਦੀ ਹੈ, ਕਿਸੇ ਨੂੰ ਦੁੱਖ ਨਹੀਂ ਦਿੰਦੀ। ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਉੱਥੇ ਉਹਨਾਂ ਦੀ ਸੰਗਤ ਵਿੱਚ ਉਪਮਾ ਤੋਂ ਰਹਿਤ ਬਹੁਤ ਸੁੰਦਰ ਘਾੜਤ ਘੜੀ ਜਾਂਦੀ ਹੈ। ਨਾਮ ਬਾਣੀ ਵਾਲੀ ਸਿਖਾਇਆ ਜਾਂਦਾ ਵੀ ਭਾਈ ਨਾਮ ਜਪੋ, ਪਰਮੇਸ਼ਰ ਦੇ ਨਾਮ ਦੀ ਕਿੰਨੀ ਮਹਿਮਾ ਹੈ। ਨਾਮ ਦੀ ਘਾੜਤ ਘੜੀ ਜਾਂਦੀ ਹੈ, ਨਾਮ ਦਾ ਗਿਆਨ ਦਿੱਤਾ ਜਾਂਦਾ ਹੈ। ਗੁਣਾਂ ਦੀ ਘਾੜਤ ਹੁੰਦੀ ਹੈ, ਜਿਵੇਂ ਕੋਈ ਲੱਕੜ ਹੁੰਦੀ ਹੈ ਨਾ, ਉਹਦੇ ਤੋਂ ਕਾਰੀਗਰ ਘਾੜਤ ਕਰਕੇ ਕੋਈ ਸੁੰਦਰ ਵਸਤੂ ਬਣਾ ਦਿੰਦਾ ਹੈ। ਇਸ ਤਰ੍ਹਾਂ ਹੀ ਜਿਹੜਾ ਜੀਵਨ ਹੈ ਉਹਨੂੰ ਘੜਨਾ ਸਿੱਖ ਲਈਦਾ ਹੈ। ਜਿਵੇਂ ਸਾਧ ਸੰਗਤ ਪੱਥਰ ਹੁੰਦਾ ਹੈ, ਲੋਕ ਪੈਰ ਰੱਖਦੇ ਨੇ ਉਹਦੇ ਤੇ, ਰਸਤੇ ਵਿੱਚ ਪਿਆ ਰਹਿੰਦਾ ਇੱਕ ਥਾਂ ਤੇ, ਪਰ ਜੇ ਕਾਰੀਗਰ ਨੂੰ ਉਹ ਪੱਥਰ ਮਿਲ ਜਾਵੇ ਤਾਂ ਉਹਦੇ ਵਿੱਚੋਂ ਕੋਈ ਨਾ ਕੋਈ ਮੂਰਤ ਘੜ ਦਿੰਦਾ ਹੈ। ਉਹੀ ਪੱਥਰ ਫਿਰ ਸਤਿਕਾਰਯੋਗ ਬਣ ਜਾਂਦੇ ਨੇ ਜਦੋਂ ਮੂਰਤਾਂ ਬਣ ਜਾਂਦੀਆਂ। ਇਸ ਤਰ੍ਹਾਂ ਹੀ ਜਿਹੜਾ ਜੀਵਨ ਹੈ ਪੱਥਰ ਦੀ ਨਿਆਈ ਹੈ। ਜੀਵਨ ਅੰਦਰ ਔਗਣ ਵੀ ਰਲੇ ਹੋਏ ਨੇ। ਗੁਰਮੁਖਾਂ ਉਹਨਾਂ ਦੀ ਸੰਗਤ ਕਰਕੇ ਜਿਹੜੇ ਸਰਮਖੰਡ ਵਿੱਚ ਪਹੁੰਚ ਜਾਂਦੇ, ਆਪਣੇ ਜੀਵਨ ਦੀ ਸੁਚੱਜੀ ਘਾੜਤ ਘੜੀ ਜਾਂਦੀ ਹੈ। ਸਿੱਖਿਆ ਜਾਂਦਾ ਵੀ ਮੈਂ ਕਿੱਥੋਂ ਗਲਤੀ ਕਰਦਾ ਤੇ ਕਿਵੇਂ ਮੇਰੀ ਇਹ ਕਮੀ, ਇਹ ਮੇਰੀ ਗਲਤੀ ਦੂਰ ਹੋ ਸਕਦੀ। ਤਾਂ ਕਿ ਇਹ ਗੱਲਾਂ ਕਥੀਆ ਨਾ ਜਾਹੇ। ਇਹ ਭਾਈ ਉਹਨਾਂ ਗੁਰਮੁਖਾਂ ਦੀਆਂ ਜਿਹੜੀਆਂ ਗੱਲਾਂ ਨੇ, ਵਿਚਾਰਾਂ ਨੇ, ਕਿਸੇ ਕੋਲੋਂ ਕਥਨ ਨਹੀਂ ਕੀਤੀਆਂ ਜਾ ਸਕਦੀਆਂ। ਜੇ ਕੋ ਕਹੈ ਪਿਛੈ ਪਛਤਾਏ, ਜੇ ਕੋਈ ਆਪਣੀ ਰਸਨਾ ਦੇ ਨਾਲ ਕਹਿਣ ਲੱਗ ਜੇ। ਕਿਸੇ ਸਿੱਧ ਨੇ ਕਿਹਾ ਮਹਾਰਾਜ ਮੇਰੇ ਕੋਲ ਬੜਾ ਗਿਆਨ ਹੈ, ਮੈਂ ਕਹਿ ਸਕਦਾ। ਮਹਾਰਾਜ ਕਹਿੰਦੇ ਉਹ ਫਿਰ ਪਿੱਛੋਂ ਪਛਤਾਉਂਦਾ ਹੈ। ਕਹਿਣ ਵਾਲਾ ਪਿੱਛੋਂ ਪਛਤਾਉਂਦਾ ਹੈ ਕਿ ਮੈਂ ਪੂਰਾ ਨਹੀਂ ਕਹਿ ਸਕਿਆ, ਮੇਰੇ ਕੋਲੋਂ ਆ ਕੁਝ ਕਹਿਣ ਵਿੱਚ ਰਹਿ ਗਿਆ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਹੇ ਭਾਈ, ਉਥੇ ਸਰਮਖੰਡ ਦੇ ਵਿੱਚ ਜਿਹੜੇ ਗੁਰਮੁਖਾਂ ਦੀ ਸੰਗਤ ਕਰਦੇ ਨੇ, ਉਹਨਾਂ ਦੀ ਸੰਗਤ ਵਿੱਚ ਜਿਹੜੀ ਸੁਰਤ ਨਾਮ ਹੈ, ਚਿੱਤ ਘੜਿਆ ਜਾਂਦਾ ਹੈ। ਜਿਹੜੀਆਂ ਚਿਤਵਣੀਆਂ ਨੇ, ਮਨ ਅੰਦਰ ਯਾਦਾਂ ਨੇ, ਜਿਹੜੀ ਗਿਆਤ ਹੈ ਇਹ ਘੜੀ ਜਾਂਦੀ ਹੈ। ਮਨ ਦੀ ਚੰਚਲਤਾ ਖਤਮ ਹੋ ਜਾਂਦੀ ਹੈ। ਮਤ ਨਾਮ ਹੈ ਹੰਕਾਰ ਦਾ, ਹੰਕਾਰ ਘੜਿਆ ਜਾਂਦਾ ਹੈ। ਨਿਮਰਤਾ ਪੈਦਾ ਹੋ ਜਾਂਦੀ ਹਿਰਦੇ ਵਿੱਚ। ਜਿਹੜਾ ਮਨ ਹੰਕਾਰ 'ਚ ਮਸਤ ਰਹਿੰਦਾ ਸੀ ਨਾ, ਉਹ ਘੜਿਆ ਜਾਂਦਾ ਹੈ ਉੱਥੇ। ਮਨ, ਜਿਹੜੇ ਮਨ ਦੇ ਸੰਕਲਪ ਵਿਕਲਪ ਨੇ ਉਹ ਵੀ ਘੜੇ ਜਾਂਦੇ ਨੇ, ਮਿਟ ਜਾਂਦੇ ਹਨ। ਬੁੱਧੀ ਵੀ ਘੜੀ ਜਾਂਦੀ ਹੈ, ਵਿਚਾਰ ਘੜੀ ਜਾਂਦੀ ਹੈ, ਆਤਮ ਵਿਸ਼ੈਣੀ ਬੁੱਧੀ ਪ੍ਰਾਪਤ ਹੋ ਜਾਂਦੀ ਹੈ। ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ। ਉੱਥੇ ਘੜੀ ਜਾਂਦੀ ਹੈ ਸੁਰਾ ਨਾਮ ਦੇਵਤਿਆਂ ਦੀ ਜਿਹੜੀ ਸੁੱਧ ਖਬਰ ਹੈ, ਪ੍ਰਾਪਤ ਹੋ ਜਾਂਦੀ ਹੈ ਵੀ ਦੇਵਤੇ ਕਿਵੇਂ ਬਣੀਦਾ। ਸਿੱਧਾ ਕੀ ਸੁੱਧ, ਤੇ ਸਿੱਧਾਂ ਦੀ ਵੀ ਸੁੱਧ ਪ੍ਰਾਪਤ ਹੋ ਜਾਂਦੀ ਹੈ, ਸਿੱਧ ਕਿਵੇਂ ਬਣੀਦਾ। ਜਿਹੜੇ ਦੇਵਤੇ ਹੁੰਦੇ ਨੇ ਸਾਧ ਸੰਗਤ, ਜਦੋਂ ਕੋਈ ਯੋਗਾ ਅਭਿਆਸ ਕਰਦਾ ਤੇ ਉਹਦਾ ਚਿੱਤ ਟਿਕ ਜਾਵੇ, ਫਿਰ ਜਦੋਂ ਉਹਨੂੰ ਪ੍ਰਾਪਤੀ ਹੋਵੇ ਤੇ ਮਨ ਵਿੱਚ ਵਿਸ਼ੇ ਭੋਗਣ ਦਾ, ਮਨ ਵਿੱਚ ਸੰਸਾਰ ਦੇ ਰਸਾਂ ਦਾ ਸੰਕਲਪ ਪੈਦਾ ਹੋ ਜਾਵੇ, ਤਾਂ ਫਿਰ ਉਸ ਨੂੰ ਦੇਵ ਦੇਹੀ ਪ੍ਰਾਪਤ ਹੁੰਦੀ ਹੈ, ਦੇਵਤਾ ਬਣਾ ਦਿੱਤਾ ਜਾਂਦਾ ਹੈ। ਫਿਰ ਉਹ ਸਾਧ ਸੰਗਤ ਸਵਰਗ ਵਿੱਚ ਜਾ ਕੇ ਵਿਸ਼ੇ ਭੋਗਦਾ ਹੈ।
ਵਿਸ਼ੇ ਭੋਗਣ ਤੇ ਵੀ ਜੇ ਉਹਦਾ ਮਨ ਤ੍ਰਿਪਤ ਹੋ ਜਾਵੇ, ਜਿਹਦਾ ਭਜਨ ਕਰਦੇ ਆ, ਨਾਮ ਜਪਦੇ ਆ, ਮਨ ਵਿਸ਼ੇ ਵਿੱਚ ਰਹਿ ਜਾਂਦਾ ਹੈ ਨਾ, ਮਨ ਅੰਦਰ ਇਹ ਵੀ ਹੁੰਦਾ ਵੀ ਮੈਂ ਸੰਸਾਰ ਦੇ ਭੋਗ ਭੋਗ ਲਾਂ, ਮਾਇਆ ਦੇ ਸੁੱਖ ਦੇਖ ਲਾਂ, ਤਾਂ ਉਹਨੂੰ ਫਿਰ ਦੇਵ ਦੇਹੀ ਪ੍ਰਾਪਤ ਹੋ ਕਰਕੇ ਇਹ ਭੋਗ ਭੁਗਾਏ ਜਾਂਦੇ ਨੇ। ਫਿਰ ਜੇ ਭੋਗ ਭੋਗਦੇ ਆ ਉੱਥੇ ਮਨ 'ਚ ਵਿਰਾਗ ਪੈਦਾ ਹੋ ਜਾਵੇ, ਤਾਂ ਫਿਰ ਧਰਤੀ ਤੇ ਆ ਕੇ ਕਿਸੇ ਗੁਰਮੁਖ ਦੇ ਘਰੇ ਜਨਮ ਮਿਲਦਾ, ਉਹਨੂੰ ਸਤ ਸੰਗਤ ਪ੍ਰਾਪਤ ਹੁੰਦੀ ਹੈ। ਕਈ ਬੱਚੇ ਛੋਟੀ ਉਮਰ ਤੋਂ ਹੀ ਉਹਨਾਂ ਨੂੰ ਇਹ ਦਾਤ ਪ੍ਰਾਪਤ ਹੋ ਜਾਂਦੀ ਹੈ ਬਾਣੀ ਦੀ, ਸੰਗਤ ਦੀ, ਉਹਨਾਂ ਨੂੰ ਗੁਰਮੁਖਾਂ ਦੀ ਸੰਗਤ ਮਿਲ ਜਾਂਦੀ ਹੈ। ਫਿਰ ਉੱਥੇ ਉਹ ਜੀਵਨ ਕਮਾ ਕਰਕੇ ਮੁਕਤ ਹੋ ਜਾਂਦੇ ਨੇ। ਜੇ ਸਵਰਗ ਵਿੱਚੋਂ ਭੋਗ ਭੋਗਦਿਆਂ ਮਨ ਵਿੱਚੋਂ ਵਿਸ਼ੇ ਨਾ ਖਤਮ ਹੋਣ, ਫਿਰ ਕਿਸੇ ਸ਼ਾਹੂਕਾਰ ਦੇ ਘਰੇ ਜਨਮ ਮਿਲ ਜਾਂਦਾ ਹੈ, ਕਿਸੇ ਮਾਇਆਧਾਰੀ ਦੇ ਘਰੇ ਜਨਮ ਮਿਲ ਜਾਂਦਾ ਹੈ। ਉੱਥੇ ਵਿਸ਼ੇ ਭੋਗਦਿਆਂ, ਮਾਇਆ ਭੋਗਦਿਆਂ ਜੇ ਅੰਦਰੋਂ ਸਾਧ ਸੰਗਤ ਵਿਰਾਗ ਪੈਦਾ ਹੋ ਜਾਵੇ, ਤਾਂ ਉਹ ਸੰਗਤ ਕਰਕੇ ਨਾਮ ਜਪ ਕੇ ਮੁਕਤ ਹੋ ਜਾਂਦਾ ਹੈ। ਜੇ ਉੱਥੇ ਵੀ ਉਹਦੇ ਵਿਸ਼ੇ ਨਾ ਮਿਟਣ, ਫਿਰ ਅਗਲਾ ਜਨਮ ਉਹਨੂੰ ਸਤ ਸੰਗੀ ਦੇ ਘਰ ਮਿਲਦਾ ਹੈ, ਗੁਰਮੁਖਾਂ ਦੇ। ਛੁਟਕਾਰਾ ਇੱਥੇ ਹੀ ਹੋਣਾ ਬੰਦਗੀ ਕਰਕੇ। ਇਸ ਲਈ ਮਹਾਰਾਜ ਬਚਨ ਕੀਤੇ ਹਨ, ਭਗਤ ਕਬੀਰ ਜੀ ਕਹਿੰਦੇ, ਇਸ ਦੇਹੀ ਕੋ ਸਿਮਰਹਿ ਦੇਵ। ਜਿੰਨਾ ਸਮਾਂ ਇਹ ਮਨੁੱਖਾ ਸਰੀਰ ਨਾ ਪ੍ਰਾਪਤ ਹੋਵੇ, ਬੰਦਗੀ ਨਾ ਕਰੇ, ਨਾਮ ਨਾ ਜਪੇ, ਤੇ ਨਾਮ ਜਪਦਿਆਂ ਅੰਦਰੋਂ ਵਿਸ਼ੇ ਨਾ ਮਿਟਣ, ਰਸਾਂ ਭੋਗਾਂ ਵੱਲੋਂ ਮਨ ਵਿਰਾਗ ਨਾ ਹੋ ਧਾਰਨ ਕਰੇ, ਉਹਨਾਂ ਸਮਾਂ ਮੁਕਤੀ ਨਹੀਂ ਮਿਲਦੀ। ਇਹ ਗਿਆਤ ਪ੍ਰਾਪਤ ਹੋ ਜਾਂਦੀ ਹੈ ਵੀ ਦੇਵਤੇ ਕਿਵੇਂ ਬਣੀਦਾ ਹੈ, ਤੇ ਜਿਹੜੇ ਸਿੱਧ ਨੇ ਉਹ ਸਾਧ ਸੰਗਤ ਰਿੱਧੀਆਂ ਸਿੱਧੀਆਂ ਦੀ ਇੱਛਾ ਰੱਖਦੇ ਨੇ, ਲੰਮੀ ਉਮਰ ਦੀ ਇੱਛਾ ਰੱਖਦੇ ਨੇ। ਜਿਹੜਾ ਇਹ ਸਰੀਰ ਰੂਪ ਖਲੜਾ ਹੈ, ਇਹਨੂੰ ਬਹੁਤ ਲੰਮਾ ਸਮਾਂ ਸੰਭਾਲ ਕੇ ਰੱਖੀ ਰੱਖਦੇ ਨੇ। ਇਹ ਸਾਰੀ ਗਿਆਤ ਪ੍ਰਾਪਤ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਸਤਿਗੁਰੂ ਮਹਾਰਾਜ ਕਹਿੰਦੇ, ਭਾਈ ਜਿਹੜਾ ਗਿਆਨ ਖੰਡ ਵਿੱਚ ਪਹੁੰਚ ਜਾਂਦਾ ਹੈ, ਉਹਨੂੰ ਗਿਆਨ ਖੰਡ ਦੀ ਤਰ੍ਹਾਂ ਮਿੱਠਾ ਲੱਗਦਾ ਹੈ। ਫਿਰ ਗਿਆਨ ਦੀ ਵਿਚਾਰ ਕਰਨੀ ਬਹੁਤ ਚੰਗੀ ਲੱਗਦੀ ਹੈ। ਗਿਆਨ ਪ੍ਰਚੰਡ, ਤੇ ਉਹਦੇ ਅੰਦਰ ਜਿਹੜਾ ਦੁਨੀਆ ਦਾ ਗਿਆਨ ਹੈ, ਉਹ ਸਾਧ ਸੰਗਤ ਵਿਸ਼ੇਸ਼ ਕਰਕੇ ਨਾਸ ਹੋ ਜਾਂਦਾ ਹੈ। ਤੇ ਜਿਹੜਾ ਰੱਬੀ ਗਿਆਨ ਹੈ, ਪ੍ਰਮਾਤਮਾ ਦਾ ਗਿਆਨ ਹੈ, ਉਹ ਪ੍ਰਚੰਡ, ਜਿਵੇਂ ਅਗਨੀ ਤੇਜ਼ ਹੋ ਜਾਂਦੀ ਹੈ ਨਾ, ਲਾਟਾਂ ਮਾਰ ਮਾਰ ਮੱਚਦੀ ਹੈ, ਇਸ ਤਰ੍ਹਾਂ ਉਹਦੇ ਅੰਦਰ ਤੇਜ਼ ਹੋ ਜਾਂਦਾ ਹੈ। ਤਿੱਥੈ ਨਾਦ ਵਿਨੋਦ ਕੂੜ ਆਨੰਦ। ਫਿਰ ਉਸ ਗੁਰਮੁਖ ਨੂੰ ਗੁਰੂ ਦਾ ਸ਼ਬਦ ਸੁਣ ਕਰਕੇ, ਨਾਦ ਜਿਹੜਾ ਨਾਮ ਹੈ ਸ਼ਬਦ ਦਾ, ਜਦੋਂ ਉਹ ਸ਼ਬਦ ਨੂੰ ਸਰਵਣ ਕਰਦਾ ਹੈ ਤੇ ਬਹੁਤ ਆਨੰਦ ਮਿਲਦਾ ਹੈ ਸਰੋਤਿਆਂ ਦੁਆਰਾ। ਫਿਰ ਉਹਨੂੰ ਮੰਨਣ ਕਰਕੇ ਬਹੁਤ ਆਨੰਦ ਮਿਲਦਾ ਹੈ। ਵਿਨੋਦ, ਜਦੋਂ ਉਹ ਨਿਧਿਆਸਨ ਕਰਦਾ ਹੈ ਆਪਣੇ ਜੀਵਨ ਅੰਦਰ, ਤਦੋਂ ਵੀ ਉਹਨੂੰ ਬਹੁਤ ਆਨੰਦ ਮਿਲਦਾ ਹੈ, ਕੋਟ ਆਨੰਦ। ਤੇ ਫਿਰ ਮਹਾਰਾਜ ਕਹਿੰਦੇ, ਉਹ ਗੁਰਮੁਖ ਜਿਨ੍ਹਾਂ ਨੂੰ ਵਿਰਾਗ ਪ੍ਰਾਪਤ ਹੋਇਆ ਅੱਗੇ ਜਾ ਕਰਕੇ ਸ਼ਰਮ ਖੰਡ ਵਿੱਚ, ਫਿਰ ਉਹ ਕੋਟ ਆਨੰਦ ਹਿਰਦੇ ਵਿੱਚੋਂ ਉਹਨਾਂ ਨੂੰ ਨਾਮ ਜਪਣ ਕਰਕੇ ਕਰੋੜਾ ਆਨੰਦ ਨਿਧਿਆਸਨ ਕਰਕੇ ਪ੍ਰਾਪਤ ਹੁੰਦਾ ਹੈ। ਜਿਹੜੇ ਉਹ ਗੁਰਮੁਖ ਨੇ ਸਰਵਣ ਦੁਆਰਾ, ਮੰਨਣ ਦੁਆਰਾ, ਨਿਧਿਆਸਨ ਕਰਕੇ ਆਪਣੇ ਅੰਦਰੋਂ ਹੀ ਉਸ ਆਨੰਦ ਦੀ ਪ੍ਰਾਪਤੀ ਕਰ ਲੈਂਦੇ ਨੇ, ਜਿਸ ਨੂੰ ਸਤਿਗੁਰੂ ਮਹਾਰਾਜ ਬਚਨ ਕੀਤੇ ਹਨ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ।
ਸਾਰੇ ਕਿਲ ਬਿਖ ਭੰਨੇ ਜਾਂਦੇ, ਨਾਸ ਹੋ ਜਾਂਦੇ ਨੇ ਜਿੰਨੇ ਪਾਪ ਅੰਦਰ ਪਏ ਨੇ। ਕਿਉਂਕਿ ਜਿਹੜੇ ਮਨ ਵਿੱਚ ਪਾਪ ਹਨ ਉਹ ਮਨ ਨੂੰ ਜਾਗਣ ਨਹੀਂ ਦਿੰਦੇ, ਮਨ ਨੂੰ ਵਾਹਿਗੁਰੂ ਦੇ ਮਾਰਗ ਤੇ ਤੁਰਨ ਨਹੀਂ ਦਿੰਦੇ। ਮਨ ਅੰਦਰ ਆਪਣਾ ਗਿਆਨ ਤੇ ਵਿਸ਼ੇ ਵਿਕਾਰਾਂ ਵੱਲੋਂ ਵਿਰਾਗ ਨਹੀਂ ਪੈਦਾ ਹੋਣ ਦਿੰਦੇ। ਜਿਹਨੂੰ ਸਤਿਗੁਰਾਂ ਦੀ ਪ੍ਰਾਪਤੀ ਹੋ ਗਈ, ਉਹਨੂੰ ਆਨੰਦ ਮਿਲਿਆ, ਫਿਰ ਮਹਾਰਾਜ ਕਹਿੰਦੇ ਉਹਦੇ ਅੰਦਰੋਂ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ। ਸਾਰੇ ਕਿਲ ਵਿਖ ਵਾਹਿਗੁਰੂ ਨੇ ਕੱਟ ਦੇਣਾ ਕੀਤੇ ਤੇ ਗਿਆਨ ਸੁਰਮਾ ਉਹਨਾਂ ਦੇ ਮਨ ਬੁੱਧ ਰੂਪ ਨੇਤਰਾਂ ਵਿੱਚ ਪਾ ਦਿੱਤਾ। ਸਰਮ ਖੰਡ ਕੀ ਬਾਣੀ ਰੂਪ, ਹੇ ਭਾਈ ਸਰਮ ਨਾਮ ਹੈ ਵਿਰਾਗ ਦਾ। ਜਿਹਨੂੰ ਆਪਣੇ ਜੀਵਨ ਅੰਦਰ ਵਿਰਾਗ ਪ੍ਰਾਪਤ ਹੋਇਆ, ਵਿਰਾਗ ਦੇ ਵਿੱਚ ਉਹ ਸ਼ਰਮ ਖੰਡ ਵਿੱਚ ਪਹੁੰਚ ਜਾਂਦੇ ਨੇ। ਬਾਣੀ ਰੂਪ, ਤੇ ਉਹਨਾਂ ਦੀ ਜਿਹੜੀ ਬਾਣੀ ਹੁੰਦੀ ਹੈ, ਰੂਪ ਨਾਮ ਹੈ, ਸਰੂਪ ਦੀ ਪ੍ਰਾਪਤੀ ਵਾਲੀ ਹੁੰਦੀ ਹੈ। ਫਿਰ ਉਹ ਫਿਰ ਦੁਨੀਆ ਤੋਂ ਵਿਰਾਗ ਕਰਕੇ ਸਰੂਪ ਦੀ ਪ੍ਰਾਪਤੀ ਦਾ ਜੀਵਾਂ ਨੂੰ ਗਿਆਨ ਦਾ ਉਪਦੇਸ਼ ਕਰਦੇ ਨੇ। ਉਹਨਾਂ ਨੂੰ ਫਿਰ ਸਤਿਗੁਰੂ ਮਹਾਰਾਜ ਕਹਿੰਦੇ ਨੇ, ਸਾਧੋ ਇਹੋ ਤਨ ਮਿਥਿਆ ਜਾਣੋ, ਜਾਂ ਭੀਤਰ ਜੋ ਰਾਮ ਬਸਤ ਹੈ, ਸਾਚੋ ਤਾਹੇ ਪਛਾਨੋ। ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ, ਰਾਮ ਨਾਮ ਸਿਮਰਨ ਬਿਨ ਬੂਟ ਤੇ ਅਦ ਕਾਈ। ਉੱਥੇ ਵਿਰਾਗ ਵਾਲੀ ਬਾਣੀ ਹੁੰਦੀ ਹੈ, ਉਪਦੇਸ਼ ਹੁੰਦਾ ਹੈ। ਤਿੱਥੈ ਘਾੜਤ ਘੜੀ ਹੈ ਬਹੁਤ ਅਨੂਪ। ਫਿਰ ਉੱਥੇ ਜਿਹੜੀ ਜੀਵਾਂ ਦੇ ਮਨਾਂ ਦੀ ਘਾੜਤ ਘੜੀ ਜਾਂਦੀ ਹੈ ਨਾ, ਜੀਵਨ ਪ੍ਰਾਪਤ ਹੁੰਦਾ ਹੈ, ਬੜੀ ਉਪਮਾ ਤੋਂ ਰਹਿਤ ਹੈ। ਉੱਥੇ ਫਿਰ ਸਾਰੇ ਹੀ ਗੁਣ ਪ੍ਰਾਪਤ ਹੋ ਜਾਂਦੇ ਨੇ। ਉਹਨਾਂ ਦੀ ਸੰਗਤ ਵਿੱਚ ਮਨ ਵੀ ਘੜਿਆ ਜਾਂਦਾ ਹੈ, ਹਿਰਦਾ ਵੀ ਘੜਿਆ ਜਾਂਦਾ ਹੈ, ਅੰਦਰੋਂ ਜੀਵਨ ਸਰਲ ਹੋ ਜਾਂਦਾ ਹੈ। ਉੱਥੇ ਫਿਰ ਮਹਾਰਾਜ ਕਹਿੰਦੇ ਜਿਹੜੇ ਕਾਮ ਕ੍ਰੋਧ ਵਿਕਾਰ ਨੇ, ਜਿਹੜਾ ਕਾਮ ਹੈ ਵਸਤੂ ਵਿਚਾਰ ਵਿੱਚ ਘੜਿਆ ਜਾਂਦਾ ਹੈ, ਕ੍ਰੋਧ ਸ਼ਾਂਤੀ ਵਿੱਚ ਘੜਿਆ ਜਾਂਦਾ ਹੈ, ਲੋਭ ਸੰਤੋਖ ਵਿੱਚ ਘੜਿਆ ਜਾਂਦਾ ਹੈ, ਹਉਮੈ ਨਿਮਰਤਾ ਵਿੱਚ ਘੜੀ ਜਾਂਦੀ ਹੈ, ਮੋਹ ਗਿਆਨ ਵਿੱਚ ਘੜਿਆ ਜਾਂਦਾ ਹੈ, ਉਹਨੂੰ ਗਿਆਨ ਹੋ ਜਾਂਦਾ ਹੈ। ਫਿਰ ਉੱਥੇ ਗੁਰਮੁਖਾਂ ਦਾ ਜੀਵਨ ਘੜਿਆ ਜਾਂਦਾ ਹੈ ਕਿ ਮੈਨੂੰ ਇਹ ਜੀਵਨ ਉੱਤਮ ਪ੍ਰਾਪਤ ਹੋਇਆ ਹੈ, 84 ਲੱਖ ਜੂਨਾਂ ਤੋਂ ਬਾਅਦ ਪ੍ਰਾਪਤ ਹੋਇਆ ਹੈ। ਇਹ ਸਾਰੀ ਘਾੜਤ ਹੀ ਹੁੰਦੀ ਹੈ ਨਾ। ਜਿਵੇਂ ਸਾਧ ਸੰਗਤ ਕੋਈ ਹੀਰਾ ਹੈ, ਉਹਨੂੰ ਅਸੀਂ ਲੀਰਾਂ ਵਿੱਚ ਲਪੇਟ ਦਈਏ, ਹੀਰਾ ਲੁਕ ਜਾਂਦਾ, ਲੀਰਾਂ ਹੀ ਦੱਸਦੀਆਂ ਨੇ। ਇਸ ਤਰ੍ਹਾਂ ਜਿਹੜਾ ਮਨ ਹੈ ਨਾ, ਉਹਨੂੰ ਜੀਵ ਨੇ ਔਗਣਾਂ ਵਿੱਚ, ਵਿਕਾਰਾਂ ਵਿੱਚ, ਪਾਪਾਂ ਵਿੱਚ ਲਪੇਟਿਆ ਪਿਆ ਤੇ ਬਾਹਰੋਂ ਦੇਖਣ ਨੂੰ ਔਗਣ, ਪਾਪ ਤੇ ਵਿਕਾਰ ਹੀ ਨਜ਼ਰ ਆਉਂਦੇ ਨੇ। ਜਿਹੜਾ ਸਤਿਗੁਰੂ ਜੀ ਨੇ ਕਿਹਾ ਨਾ, ਮਨ ਤੋਂ ਜੋਤ ਸਰੂਪ ਹੈ, ਉਹ ਤਾਂ ਅੰਦਰ ਹੈ। ਜਿਵੇਂ ਹੀਰਾ ਲੀਰਾਂ ਦੇ ਵਿੱਚ ਹੁੰਦਾ, ਹੁਣ ਜਿੰਨਾ ਸਮਾਂ ਲੀਰਾਂ ਲਾਹਾਂਗੇ ਨਹੀਂ, ਹੀਰਾ ਦਿਸਣਾ ਨਹੀਂ, ਹੀਰੇ ਦਾ ਮੁੱਲ ਨਹੀਂ ਪੈਣਾ। ਇਸ ਤਰ੍ਹਾਂ ਜਿੰਨਾ ਸਮਾਂ ਔਗਣ ਨਹੀਂ ਛੱਡਾਂਗੇ, ਪਾਪ ਵਿਕਾਰ ਛੱਡਾਂਗੇ ਨਹੀਂ, ਉਹਨਾਂ ਸਮਾਂ ਮਨ ਦਿਸੇਗਾ ਨਹੀਂ। ਇਸ ਲਈ ਮਾਰੇ ਬਚਨ ਕਰਦੇ ਨੇ, ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਤਿੱਥੈ ਨਾਮ ਉਹਨਾਂ ਗੁਰਮੁਖਾਂ ਦੀ ਸੰਗਤ ਵਿੱਚ ਬਹੁਤ ਉਪਮਾ ਤੋਂ ਰਹਿਤ ਘਾੜਤ ਘੜੀ ਜਾਂਦੀ ਹੈ। ਤਾਕੀਆ ਗੱਲਾਂ ਕਥੀਆ ਨਾ ਜਾਹੇ। ਉਹਨਾਂ ਗੁਰਮੁਖਾਂ ਦੀ ਅਵਸਥਾ ਦੀਆਂ ਗੱਲਾਂ ਕੋਈ ਕਥਨ ਨਹੀਂ ਕਰ ਸਕਦਾ ਕਿ ਉਹ ਕੋਈ ਗੱਲ ਕਿੱਥੋਂ ਤੱਕ ਕਹਿ ਰਹੇ ਨੇ। ਜੇ ਕੋ ਕਹੈ ਪਿਛੈ ਪਛਤਾਏ, ਜੇ ਕੋਈ ਕਹਿਣ ਲੱਗ ਜਾਵੇ ਤਾਂ ਉਹਨੂੰ ਪਿੱਛੋਂ ਪਛਤਾਉਣਾ ਪੈਂਦਾ ਹੈ।
ਜੇ ਕੋ ਕਹੈ ਪਿਛੈ ਪਛਤਾਏ। ਮਹਾਰਾਜ ਕਹਿੰਦੇ ਤਾ ਕੀਆ ਗੱਲਾਂ ਕਥੀਆਂ ਨਾ ਜਾਹੇ। ਤਾਂ ਕੀਆ ਉਹਨਾਂ ਮਹਾਂਪੁਰਖਾਂ ਦੀਆਂ ਜਿਹੜੀਆਂ ਗੱਲਾਂ ਨੇ, ਜਿਨੇ ਕਥਨ ਕੀਤੀਆਂ ਨੇ ਵੀ ਪਰਮੇਸ਼ਰ ਦੇ ਪਿਆਰੇ ਬੜੀ ਬੰਦਗੀ ਵਾਲੇ ਨੇ, ਨਾਮ ਜਪਣ ਵਾਲੇ ਨੇ, ਉਹਨਾਂ ਦੇ ਜੀਵਨ ਬੜੇ ਉੱਚੇ ਨੇ, ਜਿਹੜੇ ਉਹਨਾਂ ਦੀ ਮਹਿਮਾ ਕਰਦੇ ਨੇ, ਤਾਂ ਜਾਹੇ। ਤੇ ਉਹ ਜਿਹੜੇ ਮਹਾਂਪੁਰਖ ਨੇ ਫਿਰ ਜੂਨਾਂ ਵਿੱਚ ਨਹੀਂ ਜਾਂਦੇ। ਜਿਹੜੇ ਉਹਨਾਂ ਗੁਰਮੁਖਾਂ ਦੀਆਂ ਗੱਲਾਂ ਕਰਦੇ ਨੇ, ਸਿਫਤ ਕਰਦੇ ਨੇ, ਇਹ ਦੂਜਾ ਅਰਥ ਲਾਉਣਾ। ਜੇ ਕੋ ਕਹੈ ਪਿਛੈ ਪਛਤਾਏ, ਜੇ ਕੋਈ ਮਹਾਰਾਜ ਕਹਿੰਦੇ ਕਹਿੰਦਾ ਹੈ ਨਾ ਪਿਛੈ ਪਛਤਾਏ, ਜਿਹੜਾ ਪਛਚਾਤਾਪ ਕਰਨਾ ਸੀ ਉਹਨੂੰ ਪਿੱਛੇ ਪਾ ਲੈਂਦਾ, ਭਾਵ ਫਿਰ ਉਹਨੂੰ ਪਛਚਾਤਾਪ ਨਹੀਂ ਕਰਨਾ ਪੈਂਦਾ, ਜਿਹੜਾ ਉਹਨਾਂ ਦੇ ਨਾਲ ਮਿਲ ਕਰਕੇ ਵਾਹਿਗੁਰੂ ਦੀਆਂ ਗੱਲਾਂ ਨੂੰ ਕਹਿੰਦਾ ਹੈ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਉਹਨਾਂ ਗੁਰਮੁਖਾਂ ਦੀ ਸੰਗਤ ਵਿੱਚ ਸੁਰਤ ਸ੍ਰੇਸ਼ਟ ਪ੍ਰੀਤੀ ਘੜੀ ਜਾਂਦੀ ਹੈ। ਪ੍ਰੀਤ ਤਾਂ ਅਸੀਂ ਸਾਰਿਆਂ ਨਾਲ ਹੀ ਕਰਦੇ ਹਾਂ। ਮਾਂ ਪਿਓ ਦੀ ਬੱਚਿਆਂ ਨਾਲ ਪ੍ਰੀਤ ਹੁੰਦੀ ਹੈ, ਇਸਤਰੀ ਦੀ ਆਪਣੇ ਪਤੀ ਨਾਲ, ਪਤੀ ਦੀ ਪਤਨੀ ਨਾਲ, ਆਪਣੇ ਬੱਚਿਆਂ ਨਾਲ ਪ੍ਰੀਤ ਹੁੰਦੀ ਹੈ, ਬੱਚਿਆਂ ਦੀ ਮਾਂ ਪਿਓ ਨਾਲ ਪ੍ਰੀਤ ਹੁੰਦੀ ਹੈ। ਕਿੰਨੇ ਤਰ੍ਹਾਂ ਦਾ ਪ੍ਰੇਮ ਹੈ, ਪਰ ਸ੍ਰੇਸ਼ਟ ਪ੍ਰੇਮ ਕਿਹੜਾ? ਉਹ ਹੈ ਪਰਮਾਤਮਾ ਦਾ ਪ੍ਰੇਮ। ਜਿੱਥੇ ਭਗਤ ਰਵਿਦਾਸ ਜੀ ਕਹਿੰਦੇ, ਹੇ ਵਾਹਿਗੁਰੂ ਅਸੀਂ ਤੇਰੇ ਨਾਲ ਪ੍ਰੇਮ ਕੀਤਾ ਹੈ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਹੋਰਾਂ ਨਾਲ ਤੋੜ ਲੈਣਾ ਕੀਤੀ ਪ੍ਰੀਤ। ਮਾਤ ਵੇ ਤੁਮ ਨ ਤੋਰਹੁ ਤੋ ਹਮ ਨਹੀਂ ਤੋ ਰਹੇ। ਹੇ ਪ੍ਰਮਾਤਮਾ, ਜੇ ਤੂੰ ਆਪਣੇ ਵੱਲੋਂ ਇਸ ਪ੍ਰੇਮ ਨੂੰ ਤੋੜ ਦਵੇਂ, ਪਰ ਅਸੀਂ ਨਹੀਂ ਤੋੜਾਂਗੇ। ਤੁਮ ਸਿਓ ਤੋਰ ਕਵਨ ਸਿਓ ਜੋ ਰਹੇ, ਕਿਉਂਕਿ ਅਸੀਂ ਤੇਰੇ ਨਾਲ ਪ੍ਰੇਮ ਨੂੰ ਤੋੜ ਕੇ ਕਿਹਦੇ ਨਾਲ ਜੋੜੀਏ? ਜਿਹਦੇ ਨਾਲ ਵੀ ਜੋੜਦੇ ਆ ਉਹਦਾ ਸੱਚਾ ਪ੍ਰੇਮ ਨਹੀਂ ਦਿਸਦਾ। ਇਸ ਤਰ੍ਹਾਂ ਸੱਚਾ ਪ੍ਰੇਮ ਗੁਰੂ ਦੇ ਦਰ ਤੋਂ ਪ੍ਰਾਪਤ ਹੁੰਦਾ ਹੈ। ਮਨ ਕਿਉ ਵੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ। ਉੱਥੇ ਫਿਰ ਪਤਾ ਲੱਗਦਾ ਕਿ ਮੇਰਾ ਗੁਰੂ ਬੜਾ ਪੂਰਾ ਹੈ। ਦੋਵੇਂ ਥਾਵ ਰੱਖੇ ਗੁਰ ਸੂਰੇ, ਜਿੱਥੇ ਆਪਣੇ ਗੁਰਸਿੱਖਾਂ ਨੂੰ ਸੰਸਾਰ ਵਿੱਚ ਵੀ ਰੱਖਦਾ ਹੈ, ਪਰਲੋਕ ਵਿੱਚ ਵੀ ਸੰਭਾਲ ਕੇ ਰੱਖਦਾ ਹੈ। ਉੱਥੇ ਮਤ ਜਿਹੜੀ ਹੈ ਗੁਰਮਤ ਪ੍ਰਾਪਤ ਹੁੰਦੀ ਹੈ। ਜਿੱਥੇ ਮਹਾਰਾਜ ਬਚਨ ਕਰਦੇ ਨੇ ਮਨ ਮਤ ਹੌਲੀ, ਜਿਹੜੀ ਮਨ ਮਤ ਹੈ ਇਹ ਤਾਂ ਹੌਲੀ ਹੈ ਨਾ, ਤੇ ਜਿਹੜੀ ਗੁਰਮਤ ਹੈ ਇਹ ਵਜਨ ਵਾਲੀ ਹੈ। ਜਿਹੜੀ ਗੁਰਮਤ ਗੁਰੂ ਦੀ ਮੱਤ ਹੈ, ਗੁਰ ਕੀ ਮਾਤੂ ਲੇਹੇ ਏ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਗੁਰੂ ਦੀ ਮੱਤ ਲੈ ਕਰਕੇ ਉੱਚੇ ਹੋ ਜਾਈਦਾ, ਗੁਰੂ ਦੀ ਮੱਤ ਲੈ ਕਰਕੇ ਗੁਣਾ ਵਾਲੇ ਹੋ ਜਾਈਦਾ ਹੈ। ਸਾ ਮਤ ਦੇਹੋ ਦਇਆਲ ਪ੍ਰਭ, ਜਿਤ ਤੁਮਹਿ ਅਰਾਧਾ, ਨਾਨਕ ਮੰਗੈ ਦਾਨ ਪ੍ਰਭ, ਰੇਨ ਪੱਗ ਸਾਧਾ। ਹੁਣ ਗੁਰੂ ਦੀ ਮੱਤ ਹੈ ਕਿ ਗੁਰੂ ਸਾਨੂੰ ਕਹਿੰਦਾ ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ। ਲਾਗਣਾ ਲਾਗਣ ਨੀਕਾ, ਗੁਰ ਚਰਣੀ ਮਨ ਲਾਗਣਾ। ਜਾਗਣਾ ਜਾਗਣ ਨੀਕਾ, ਹਰ ਕੀਰਤਨ ਮਹਿ ਜਾਗਣਾ। ਸਾਨੂੰ ਸਿਖਾਉਂਦਾ ਹੈ ਗੁਰੂ, ਸਾਨੂੰ ਦੱਸਦਾ ਹੈ ਤੂੰ ਕਿਵੇਂ ਕੀ ਕਰਨਾ ਹੈ। ਗੁਰੂ ਦੱਸਦਾ ਹੈ ਅੰਮ੍ਰਿਤ ਵੇਲੇ ਉੱਠ ਭਲਕੇ ਉੱਠ ਪਰਾਹੁਣਾ ਮੇਰੇ ਘਰ ਆਵੋ। ਇਹ ਗੁਰੂ ਸਾਨੂੰ ਮੱਤ ਦਿੰਦਾ ਹੈ। ਤੇ ਮਨ ਬੁੱਧ, ਮਨ ਦੇ ਵਿੱਚ ਫਿਰ ਉਹ ਮਹਾਰਾਜ ਕਹਿੰਦੇ ਜਿਹੜੀ ਬੁੱਧ ਹੈ ਨਾ ਪ੍ਰਾਪਤ ਹੋ ਜਾਂਦੀ ਹੈ। ਆਤਮ ਵਿਸ਼ੈਣੀ ਬੁੱਧ, ਵਿਸ਼ੇ ਵਿਸ਼ੈਣੀ ਬੁੱਧ ਜਿਹੜੀ ਹੈ ਉਹ ਨਾਸ ਹੋ ਜਾਂਦੀ ਹੈ। ਘੜੀਐ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਜਿੱਥੇ ਉਹਨਾਂ ਗੁਰਮੁਖਾਂ ਦੀ ਸੰਗਤ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਜਿਹੜੀ ਸੁਰਤ ਹੈ, ਸਰਵਣ ਵਾਲੀ ਘੜੀ ਜਾਂਦੀ ਹੈ।
ਮੱਤ ਮੰਨਣ ਵਾਲੀ ਹੋ ਜਾਂਦੀ ਹੈ ਤੇ ਮਨ ਜਿਹੜਾ ਹੈ ਨਿਧਿਆਸਨ ਵਾਲਾ ਹੋ ਜਾਂਦਾ ਹੈ। ਜਿਹੜੀ ਬੁੱਧੀ ਹੈ ਉਹ ਤਤ ਤਵੰਗ ਦਾ ਸੰਸ਼ੋਧਨ ਕਰਨ ਵਾਲੀ ਹੋ ਜਾਂਦੀ ਹੈ, ਜੀਵ ਈਸ਼ ਦੀ ਏਕਤਾ ਕਰਨ ਵਾਲੀ ਹੋ ਜਾਂਦੀ। ਤਿੱਥੈ ਘੜੀਐ ਸੁਦਾ ਸਿੱਧਾ ਕੀ ਸੁਧ। ਉੱਥੇ ਮਹਾਰਾਜ ਕਹਿੰਦੇ ਭਾਈ ਗੁਰਮੁਖਾਂ ਦੀ ਸੰਗਤ ਵਿੱਚ ਸੁਰਾ ਸਿੱਧਾ ਕੀ ਸੁਧ। ਜਿਹੜੀ ਸੁਰਾ ਨਾਮ ਹੈ ਦੈਵੀ ਸੰਪਤਾ, ਦੈਵੀ ਸੰਪਤਾ ਦੀ ਜਿਹੜੀ ਸਿੱਧਾ ਪ੍ਰਾਪਤੀ ਵਾਲੀ ਗਿਆਤ ਹੋ ਜਾਂਦੀ ਹੈ। ਵੀ ਦੈਵੀ ਸੰਪਤਾ ਕਿਵੇਂ ਪ੍ਰਾਪਤ ਹੋਵੇ? ਦੈਵੀ ਸੰਪਤਾ ਕਹਿੰਦੇ ਨੇ ਜਿਹਦੇ ਵਿੱਚ ਸੱਚ ਹੈ, ਨਿਮਰਤਾ ਹੈ, ਸ਼ਰਧਾ ਹੈ, ਵਿਸ਼ਵਾਸ ਹੈ, ਪ੍ਰੇਮ ਹੈ, ਸਤ ਸੰਤੋਖ ਦਇਆ ਧਰਮ ਵਿਚਾਰ ਗੁਣ ਹਨ। ਸਰਵਣ ਮੰਨਣ ਨਿਧਿਆਸਨ ਵਿਰਾਗ ਵਿਵੇਕ ਖਟ ਸੰਮਤੀ ਮੋਖ ਇੱਛਾ ਚਾਰ ਸਾਧਨ ਹਨ। ਉਹ ਦੈਵੀ ਸੰਪਤਾ ਦੀ ਪ੍ਰਾਪਤੀ ਵਾਲੀ ਗਿਆਤ ਹੋ ਜਾਂਦੀ ਹੈ। ਸਤਿਗੁਰੂ ਕਹਿੰਦੇ ਭਾਈ ਇਹ ਸ਼ਰਮ ਖੰਡ ਦੇ ਵਿੱਚ ਜਿਹੜੇ ਗੁਰਮੁਖ ਪਹੁੰਚ ਜਾਂਦੇ ਨੇ ਉਹਨਾਂ ਦੀ ਇਹ ਅਵਸਥਾ ਬਣ ਜਾਂਦੀ ਹੈ। ਇਹ ਸਤਿਗੁਰੂ ਜੀ ਨੇ ਸਾਨੂੰ ਅੱਜ ਲੜੀਵਾਰ ਕਥਾ ਅੰਦਰ ਉਪਦੇਸ਼ ਬਖਸ਼ਿਆ। ਅੱਜ ਧੰਨ ਧੰਨ ਬਾਬਾ ਬੁੱਢਾ ਜੀ ਤਿੰਨਾਂ ਦਾ ਜਨਮ ਦਿਹਾੜਾ ਹੈ। ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤੇ, ਜਨਮ ਮਰਨ ਦੋਹੋ ਮਹਿ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਜਿਹੜੇ ਗੁਰਮੁਖ ਨੇ ਉਹ ਜੰਮਣ ਮਰਨਾ ਬਾਹਰੇ, ਇਸ ਤੋਂ ਬਾਹਰ ਹੁੰਦੇ ਨੇ। ਬਾਬਾ ਜੀ ਦਾ ਜਨਮ 1506 ਈਸਵੀ ਨੂੰ ਕੱਥੂ ਨੰਗਲ ਪਿੰਡ ਅੰਮ੍ਰਿਤਸਰ ਵਿੱਚ ਪੈਂਦਾ ਹੈ। ਮਾਤਾ ਗੌਰਾਂ ਜੀ, ਬਾਬਾ ਸੋਗਾ ਜੀ ਉਹਨਾਂ ਦੇ ਘਰ ਹੋਇਆ। 12 ਸਾਲ ਦੀ ਉਮਰ ਸੀ। ਸਾਧ ਸੰਗਤ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਸਮੇਂ ਆਪ ਜੀ ਆਪਣੀਆਂ ਬੱਕਰੀਆਂ ਚਰਾਉਣ ਵਾਸਤੇ ਨਗਰ ਤੋਂ ਬਾਹਰ ਆਏ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਬੈਠੇ ਸਨ ਤੇ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਉਸ ਬੱਚੇ ਨੂੰ ਬੁਲਾ ਕੇ ਲੈ ਕੇ ਆਓ। ਬਾਬਾ ਜੀ ਨੇ ਭਾਈ ਮਰਦਾਨਾ ਜੀ ਦੇ ਬੁਲਾਉਣ ਤੇ ਸਤਿਗੁਰਾਂ ਜੀ ਦੇ ਕੋਲ ਆਉਣਾ ਕੀਤਾ। ਸੀਸ ਨਿਵਾਇਆ, ਨਮਸਕਾਰ ਕੀਤੀ। ਸਤਿਗੁਰੂ ਕਹਿੰਦੇ ਭਾਈ ਤੇਰਾ ਨਾਮ ਕੀ ਹੈ? ਕਹਿੰਦਾ ਜੀ ਮੇਰਾ ਨਾਮ ਹੈ ਬੂੜਾ ਤੇ ਮੈਂ ਰੰਧਾਵਿਆਂ ਦੇ ਵਿੱਚੋਂ ਜੱਟਾਂ ਦਾ ਪੁੱਤਰ ਹਾਂ। ਸਤਿਗੁਰੂ ਕਹਿੰਦੇ ਭਾਈ ਠੀਕ ਹੈ, ਚੱਲ ਠੀਕ ਹੈ, ਤੂੰ ਚਲਿਆ ਜਾ ਹੁਣ। ਕਹਿੰਦੇ ਮਹਾਰਾਜ ਤੁਸੀਂ ਮੈਨੂੰ ਕਿਉਂ ਬੁਲਾਇਆ ਸੀ? ਕੀ ਕਾਰਨ ਸੀ ਬੁਲਾਉਣ ਦਾ? ਸਤਿਗੁਰੂ ਕਹਿੰਦੇ ਭਾਈ ਅਸੀਂ ਤਾਂ ਤੈਨੂੰ ਪੁੱਛਣਾ ਹੀ ਸੀ ਬਸ। ਪੁੱਛਣ ਦੇ ਨਾਲ ਜਾਣ ਪਛਾਣ ਹੋ ਜਾਂਦੀ ਹੈ। ਉਸ ਦਿਨ ਸਾਧ ਸੰਗਤ ਆਪਣੇ ਘਰ ਗਏ, ਪਰ ਸਤਿਗੁਰਾਂ ਦੇ ਦਰਸ਼ਨ ਐਸੀ ਖਿੱਚ ਪਾਈ, ਮਨ ਵਿੱਚ ਇਹੀ ਇੱਛਾ ਬਣੀ ਰਹੇ ਕਿ ਮੈਂ ਹੁਣੇ ਜਾ ਕਰਕੇ ਸੇਵਾ ਕਰਾਂ, ਹੁਣੇ ਜਾ ਕਰਕੇ ਫੇਰ ਦਰਸ਼ਨ ਕਰਾਂ। ਦਰਸ਼ਨਾਂ ਨੇ ਇੰਨੀ ਸਾਧ ਸੰਗਤ ਮਨ ਤੇ ਅਸਰ ਪਾ ਦਿੱਤਾ। ਅਗਲੇ ਦਿਨ ਆਪਣੇ ਘਰ ਦੇ ਵਿੱਚੋਂ ਮੱਖਣ ਲਿਆ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਭੇਟਾ ਕੀਤਾ। ਸਤਿਗੁਰੂ ਮਹਾਰਾਜ ਨੇ ਉਸ ਸਮੇਂ ਬਚਨ ਕੀਤਾ, ਭਾਈ ਇਹ ਤੂੰ ਆਪਣੀ ਇੱਛਾ ਨਾਲ ਲੈ ਕੇ ਆਇਆ ਕਿ ਮਾਤਾ ਪਿਤਾ ਤੋਂ ਚੋਰੀ ਲੈ ਕੇ ਆਇਆ? ਕਹਿਣ ਲੱਗਿਆ ਮਹਾਰਾਜ ਆਪਣੀ ਇੱਛਾ ਦੇ ਨਾਲ ਉਹ ਮਾਤਾ ਪਿਤਾ ਨੂੰ ਬਿਨਾਂ ਦੱਸੇ ਲੈ ਕੇ ਆਇਆ। ਸਤਿਗੁਰੂ ਨੇ ਕਹਿਣ ਲੱਗਿਆ ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੈਨੂੰ ਵੀ ਜਮਾ ਤੋਂ ਛੁਡਾ ਲੈਣਾ ਕਰੋ।
ਤੁਸੀਂ ਫਕੀਰ ਹੋ, ਮਹਾਂਪੁਰਖ ਸੰਤ ਹੋ। ਗੁਰੂ ਮਹਾਰਾਜ ਕਹਿੰਦੇ, ਭਾਈ ਤੂੰ ਕਿਹੋ ਜਿਹੀਆਂ ਗੱਲਾਂ ਕਰਦਾ ਹੈ? ਕਹਿਣ ਲੱਗਿਆ, ਮਹਾਰਾਜ ਮੈਨੂੰ ਜਮਾਂ ਤੋਂ ਡਰ ਲੱਗਦਾ ਹੈ, ਕਿਉਂਕਿ ਮੈਂ ਦੇਖਦਾ ਹਾਂ ਜਿਹੜੇ ਜਰਵਾਣੇ ਹਨ ਘੋੜਿਆਂ ਤੇ ਸਵਾਰ ਹੋ ਕਰਕੇ ਬੜੀ ਤੇਜ਼ੀ ਨਾਲ ਜ਼ੋਰ ਕਰਕੇ ਆਉਂਦੇ ਨੇ, ਫਸਲਾਂ ਮਿੱਧ ਜਾਂਦੇ ਨੇ। ਆਪਣੇ ਅੱਖੀਂ ਉਹਨਾਂ ਨੂੰ ਤਬਾਹੀ ਕਰਦੇ ਦੇਖਿਆ, ਕੋਈ ਰੋਕ ਨਹੀਂ ਸਕਦਾ। ਮੇਰੇ ਮਨ 'ਚ ਵਿਰਾਗ ਪੈਦਾ ਹੋ ਗਿਆ ਕਿ ਜਿਹੜਾ ਜਮ ਹੈ ਉਹਨੇ ਵੀ ਇੱਕ ਦਿਨ ਇਸੇ ਤਰ੍ਹਾਂ ਹੀ ਆਉਣਾ ਹੈ ਔਰ ਮੈਨੂੰ ਇਸ ਸੰਸਾਰ ਦੇ ਵਿੱਚੋਂ ਚੱਕ ਕੇ ਲੈ ਜਾਣਾ। ਕੀ ਪਤਾ ਮੈਂ ਨਿੱਕੜਾ ਜਿਹਾ ਹੀ ਹੋਵਾਂ, ਮੈਂ ਇਸ ਬੱਚੇ ਦੇ ਰੂਪ ਵਿੱਚ ਹੋਵਾਂ ਤੇ ਮੈਨੂੰ ਜੰਮ ਲੈ ਜਾਵੇ, ਮੈਨੂੰ ਬਚਾ ਲੈਣਾ ਕਰੋ। ਸਤਿਗੁਰੂ ਜੀ ਕਹਿੰਦੇ, ਭਾਈ ਤੂੰ ਤਾਂ ਬੁੱਢਿਆਂ ਵਾਲੀਆਂ ਗੱਲਾਂ ਕਰਦਾ। ਇਸ ਬਚਨ ਦਾ ਇੰਨਾ ਅਸਰ ਹੋਇਆ, ਮਾਤਾ ਪਿਤਾ ਲੱਭਦੇ ਹੋਏ ਆਏ। ਜਦੋਂ ਦੇਖਿਆ ਆ ਕਰਕੇ ਇਸ ਤਰ੍ਹਾਂ ਨਜ਼ਰ ਆਇਆ ਜਿਵੇਂ ਕੋਈ ਬਜ਼ੁਰਗ ਬੈਠਾ ਹੁੰਦਾ, ਮੁੱਖ ਤੇ ਝੁਰੜੀਆਂ ਪਈਆਂ ਹੁੰਦੀਆਂ ਨੇ। ਉਹਨਾਂ ਨੇ ਸੋਚਿਆ ਵੀ ਹੁਣ ਤਾਂ ਬੁੱਢਾ ਹੋ ਚੁੱਕਿਆ ਹੈ, ਇਹਨੂੰ ਕੋਈ ਜਾਂ ਤਾਂ ਰੋਗ ਲੱਗ ਗਿਆ ਤੇ ਸਾਡੇ ਕਿਸੇ ਕੰਮ ਨਹੀਂ। ਇਸ ਤਰ੍ਹਾਂ ਸੋਚ ਕਰਕੇ ਵਾਪਸ ਚਲੇ ਗਏ। ਉਸੇ ਦਿਨ ਤੋਂ ਬਾਬਾ ਬੁੱਢਾ ਜੀ ਸਤਿਗੁਰੂ ਜੀ ਦੇ ਕੋਲ ਹੀ ਰਹਿ ਪਏ ਸਾਧ ਸੰਗਤ। ਆਪਣੇ ਘਰ ਵੀ ਕਦੇ ਕਦੇ ਗੇੜਾ ਮਾਰਨ ਜਾਣਾ ਤੇ ਜ਼ਿਆਦਾ ਸਮਾਂ ਸਤਿਗੁਰੂ ਜੀ ਦੇ ਕੋਲ ਰਹਿ ਕਰਕੇ ਸੰਗਤ ਕਰਨੀ, ਸੇਵਾ ਕਰਨੀ। ਸੇਵਾ ਕਰਦਿਆਂ ਇੰਨੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਗੁਰੂ ਮਹਾਰਾਜ ਜੀ ਨੇ ਕਿਹਾ, ਬੁੱਢਿਆ ਤੇਰੇ ਤੋਂ ਕਦੇ ਓਹਲਾ ਨਹੀਂ ਹੋਸਾਂ, ਵੀ ਤੇਰੇ ਤੋਂ ਕਦੇ ਓਹਲੇ ਨਹੀਂ ਹੋਵਾਂਗਾ। ਸਮਾਂ ਲੰਘਦਾ ਗਿਆ। ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਜਿਸ ਸਮੇਂ ਗੁਰਤਾ ਗੱਦੀ ਤੇ ਤਖਤ ਤੇ ਬਿਰਾਜਮਾਨ ਹੋਏ, ਬਾਬਾ ਬੁੱਢਾ ਜੀ ਨੇ ਬੜੀ ਸੇਵਾ ਕੀਤੀ ਔਰ ਗੁਰਤਾ ਗੱਦੀ ਦਾ ਤਿਲਕ ਵੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਤੋਂ ਲਵਾਉਣਾ ਕੀਤਾ। ਸਤਿਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਗੁਰਤਾ ਗੱਦੀ ਦੇ ਤਖਤ ਤੇ ਬਿਰਾਜਮਾਨ ਹੋਏ ਤਾਂ ਉਸ ਸਮੇਂ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸੁਪੁੱਤਰ ਬਾਬਾ ਦਾਤੂ ਜੀ ਨੇ ਕੁਝ ਲੋਕਾਂ ਦੇ ਗੱਲਾਂ ਵਿੱਚ ਆ ਕਰਕੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੋਇੰਦਵਾਲ ਲੱਤ ਮਾਰਨਾ ਕੀਤੀ ਸੀ। ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਉਸ ਦਿਨ ਸਾਧ ਸੰਗਤ ਰਾਤ ਨੂੰ ਗੋਇੰਦਵਾਲ ਸਾਹਿਬ ਤੋਂ ਚੁੱਪਚਾਪ ਨਿਕਲ ਕਰਕੇ ਬਾਸਰ ਕੇ ਨਗਰ ਤੋਂ ਬਾਹਰਵਾਰ ਇੱਕ ਗਰੀਬ ਸਿੱਖ ਦਾ ਕੋਠਾ ਪਾਇਆ ਹੋਇਆ ਸੀ, ਉੱਥੇ ਚਲੇ ਗਏ। ਉਸ ਸਿੱਖ ਨੇ ਸਤਿਗੁਰਾਂ ਦੀ ਬੜੀ ਸੇਵਾ ਕੀਤੀ ਤੇ ਮਹਾਰਾਜ ਨੇ ਬਚਨ ਕੀਤਾ, ਭਾਈ ਇਹ ਦਰਵਾਜ਼ਾ ਲਾ ਕਰਕੇ ਇਹਦੇ ਬਾਹਰ ਇੱਕ ਤਖਤੀ ਲਾ ਦੇਵੇ ਕਿ ਜਿਹੜਾ ਇਸ ਦਰਵਾਜ਼ੇ ਨੂੰ ਖੋਲੇਗਾ ਨਾ ਹੀ ਉਹ ਸਾਡਾ ਸਿੱਖ ਹੋਵੇਗਾ ਤੇ ਨਾ ਹੀ ਅਸੀਂ ਉਹਦੇ ਗੁਰੂ ਹੋਵਾਂਗੇ। ਇੱਧਰ ਜਦੋਂ ਅੰਮ੍ਰਿਤ ਵੇਲੇ ਸੰਗਤ ਨੇ ਦੇਖਿਆ ਵੀ ਸਤਿਗੁਰੂ ਜੀ ਨਹੀਂ ਹਨ, ਆਸੇ ਪਾਸੇ ਪੁੱਛਣਾ ਕੀਤਾ ਕਿ ਮਹਾਰਾਜ ਕਿਤੇ ਗਏ ਹਨ। ਸਾਰੇ ਸੰਗਤਾਂ ਵਿੱਚ ਰੌਲਾ ਪੈ ਗਿਆ ਕਿ ਗੁਰੂ ਮਹਾਰਾਜ ਪਤਾ ਨਹੀਂ ਕਿੱਥੇ ਚਲੇ ਗਏ। ਸੰਗਤਾਂ ਬਹੁਤ ਵਿਆਕੁਲ ਹੋਈਆਂ। ਸਾਧ ਸੰਗਤ ਅਖੀਰ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ, ਮਹਾਰਾਜ ਤੁਸੀਂ ਕਿਰਪਾ ਕਰੋ, ਕਿਉਂਕਿ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਵੀ ਬਾਬਾ ਬੁੱਢਾ ਜੀ ਨੇ ਪ੍ਰਗਟ ਕੀਤਾ ਸੀ। ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਗੁਰਤਾ ਗੱਦੀ ਤਖਤ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਦੇਣਾ ਕੀਤਾ ਤਾਂ ਉਸ ਸਮੇਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਵਿਰਾਗ ਵਿੱਚ ਆ ਕਰਕੇ ਸਾਧ ਸੰਗਤ ਖਡੂਰ ਸਾਹਿਬ, ਜਿੱਥੇ ਤਪਿਆਣਾ ਸਾਹਿਬ ਗੁਰਦੁਆਰਾ ਹੈ, ਇੱਥੇ ਮਾਤਾ ਭਰਾਈ ਜੀ ਦਾ ਇੱਕ ਕੋਠਾ ਹੁੰਦਾ ਸੀ।
ਤੇ ਥੜੇ ਦੀ ਸੇਵਾ ਕਰਿਆ ਕਰਦੇ ਸਨ ਮਾਤਾ ਜੀ। ਇੱਥੇ ਆ ਕਰਕੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਕੋਠੇ ਦੇ ਵਿੱਚ ਗੁਪਤ ਹੋ ਗਏ ਸਨ। ਦਰਵਾਜ਼ਾ ਵੀ ਕਹਿ ਕਰਕੇ ਚਨਵਾ ਦਿੱਤਾ ਸੀ। ਉਸ ਸਮੇਂ ਵੀ ਬਾਬਾ ਬੁੱਢਾ ਜੀ ਨੇ ਸਤਿਗੁਰੂ ਜੀ ਨੂੰ ਪ੍ਰਗਟ ਕੀਤਾ ਸੀ। ਸੰਗਤਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਅਮਰਦਾਸ ਮਹਾਰਾਜ ਜੀ ਕਿੱਥੇ ਗਏ ਹਨ, ਉਹ ਤੁਹਾਨੂੰ ਪਤਾ ਹੋਵੇਗਾ। ਬਾਬਾ ਬੁੱਢਾ ਜੀ ਦੱਸੋ। ਬਾਬਾ ਜੀ ਕਹਿਣ ਲੱਗੇ ਮੈਨੂੰ ਤਾਂ ਆਪ ਨਹੀਂ ਪਤਾ। ਉਸ ਸਮੇਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਇੱਕ ਘੋੜੀ ਸੀ ਸਾਧ ਸੰਗਤ, ਉਹਨੂੰ ਬਾਬਾ ਬੁੱਢਾ ਜੀ ਨੇ ਕਾਠੀ ਪਹਿਨਾ ਕਰਕੇ ਸਤਿਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਤੇ ਘੋੜੀ ਦੀ ਲਗਾਮ ਛੱਡ ਦਿੱਤੀ। ਉਹ ਘੋੜੀ ਸਾਧ ਸੰਗਤ ਤੁਰਦੀ ਤੁਰਦੀ ਬਾਸਰ ਕੇ ਨਗਰ ਆ ਗਈ ਤੇ ਪਿੱਛੇ ਸਾਰੀ ਸੰਗਤ ਚੱਲੀ ਆ ਰਹੀ ਹੈ। ਜਿੱਥੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਕਮਰੇ ਦੇ ਵਿੱਚ ਗੁਪਤ ਬੈਠੇ ਸਨ, ਤਾਂ ਉਸ ਸਮੇਂ ਘੋੜੀ ਨੇ ਉੱਥੇ ਆ ਕੇ ਹੈਣਕਣਾ ਕੀਤਾ। ਚਾਰੇ ਪਾਸੇ ਦੇਖਿਆ ਵੀ ਇੱਥੇ ਕੋਈ ਨਹੀਂ ਹੈ। ਫਿਰ ਉਸ ਕੋਠੇ ਦਾ ਦਰਵਾਜ਼ਾ ਦੇਖਿਆ, ਬਾਹਰ ਫੱਟੀ ਲੱਗੀ ਹੋਈ ਹੈ ਕਿ ਜਿਹੜਾ ਇਸ ਦਰਵਾਜ਼ੇ ਨੂੰ ਖੋਲੇਗਾ ਨਾ ਹੀ ਸਾਡਾ ਸਿੱਖ ਹੋਵੇਗਾ ਤੇ ਨਾ ਹੀ ਅਸੀਂ ਉਸਦੇ ਗੁਰੂ ਹੋਵਾਂਗੇ। ਸੰਗਤਾਂ ਨੇ ਸੋਚਿਆ ਵੀ ਇਹ ਤਾਂ ਜੇ ਅਸੀਂ ਦਰਵਾਜ਼ਾ ਖੋਲਦੇ ਹਾਂ ਗੁਰੂ ਸਾਹਿਬ ਦੇ ਬਚਨਾਂ ਤੋਂ ਉਲਟ ਹੋ ਜਾਏਗਾ। ਫਿਰ ਬਾਬਾ ਬੁੱਢਾ ਜੀ ਨੇ ਜੁਗਤੀ ਵਰਤੀ। ਦਰਵਾਜ਼ੇ ਦੇ ਪਿਛਲੇ ਪਾਸੇ ਜਾ ਕਰਕੇ ਸਾਧ ਸੰਗਤ ਕੰਧ ਤੋੜ ਕਰਕੇ ਸੰਨ ਲਾ ਲੈਣਾ ਕੀਤੀ। ਅੰਦਰ ਜਾ ਕਰਕੇ ਗੁਰੂ ਸਾਹਿਬ ਚਰਨਾਂ ਤੇ ਨਮਸਕਾਰ ਕੀਤੀ, ਬੇਨਤੀਆਂ ਕੀਤੀਆਂ ਔਰ ਕਿਹਾ ਮਹਾਰਾਜ ਜੀ ਅਸੀਂ ਆਪ ਜੀ ਦਾ ਬਚਨ ਵੀ ਰੱਖਿਆ ਹੈ, ਪਿੱਛੋਂ ਸੰਨ ਲਾ ਕੇ ਅੰਦਰ ਆਏ ਹਾਂ। ਸਤਿਗੁਰੂ ਅਮਰਦਾਸ ਮਹਾਰਾਜ ਬੜੇ ਪ੍ਰਸੰਨ ਹੋਏ। ਬਾਬਾ ਬੁੱਢਾ ਜੀ ਨੂੰ ਬੜੇ ਵਰ ਬਖਸ਼ੇ ਕਿ ਤੁਸੀਂ ਗੁਰੂ ਘਰ ਦੇ ਜਹਾਜ਼ ਹੋ, ਗੁਰੂ ਘਰ ਦੀ ਅਵਧੀ ਹੋ। ਉਸ ਸਮੇਂ ਸਾਰੀਆਂ ਸੰਗਤਾਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਔਰ ਇਹ ਬਚਨ ਕੀਤਾ, ਧੰਨ ਬਾਬਾ ਬੁੱਢਾ ਜਿਨ ਗੁਰੂ ਲੱਦਾ। ਸਤਿਗੁਰੂ ਮਹਾਰਾਜ ਜੀ ਦੇ ਬਾਬਾ ਬੁੱਢਾ ਜੀ ਨੂੰ ਵਰ ਸਨ ਕਿ ਅਸੀਂ ਤੁਹਾਡੇ ਤੋਂ ਕਦੇ ਓਹਲੇ ਨਹੀਂ ਹੋਵਾਂਗੇ ਸਾਧ ਸੰਗਤ, ਭਾਵੇਂ ਅਸੀਂ ਗੁਪਤ ਹੋ ਜਾਈਏ। ਇਸ ਤਰ੍ਹਾਂ ਬਾਬਾ ਬੁੱਢਾ ਜੀ ਨੇ ਪੰਜਵੇਂ ਪਾਤਸ਼ਾਹ ਜੀ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਲਿਖਾਉਣਾ ਕੀਤਾ, ਬਾਬਾ ਬੁੱਢਾ ਜੀ ਦੇ ਤਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਗ੍ਰੰਥੀ ਥਾਪਣਾ ਕੀਤਾ। ਸ੍ਰੀ ਹਰਿਮੰਦਰ ਸਾਹਿਬ ਵਿਖੇ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਥਾਪ ਕਰਕੇ ਸੇਵਾ ਸੰਭਾਲਣਾ ਕੀਤੀ ਔਰ ਇਸ ਤਰ੍ਹਾਂ ਫਿਰ ਬਚਨ ਕੀਤਾ ਕਿ ਤੁਸੀਂ ਸਾਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਿਹੜੀ ਸ਼ਾਸਤਰ ਵਿਦਿਆ ਹੈ ਤੇ ਸ਼ਸਤਰ ਵਿਦਿਆ ਦੋਹੇ ਸਿਖਾਉਣਾ ਕਰੋ। ਕਿਉਂ? ਬਾਬਾ ਬੁੱਢਾ ਜੀ ਦੇ ਬਚਨਾਂ ਦੇ ਨਾਲ ਹੀ ਸਾਧ ਸੰਗਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅਵਤਾਰ ਹੋਇਆ। ਇਹ ਵੀ ਅਸੀਂ ਸਾਰੇ ਜਾਣਦੇ ਹਾਂ। ਮਾਤਾ ਗੰਗਾ ਜੀ ਨੇ ਗੁਰੂ ਮਹਾਰਾਜ ਦੇ ਕਹਿਣ ਤੇ ਬਾਬਾ ਬੁੱਢਾ ਜੀ ਤੋਂ ਅਸੀਸ ਪ੍ਰਾਪਤ ਕੀਤੀ ਸੀ ਔਰ ਬਾਬਾ ਬੁੱਢਾ ਜੀ ਨੇ ਵਰ ਦਿੱਤੇ ਸਨ ਕਿ ਤੁਹਾਡੇ ਘਰ ਐਸਾ ਯੋਧਾ ਸੂਰਮਾ ਸਾਹਿਬਜ਼ਾਦਾ ਆਏਗਾ ਜਿਹੜਾ ਜ਼ਾਲਮਾਂ ਦੇ ਸਿਰ ਭੰਨੇਗਾ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕੀਤਾ। ਬਾਬਾ ਜੀ ਕਹਿਣ ਲੱਗੇ ਮਹਾਰਾਜ ਜੀ ਮੈਂ ਤਾਂ ਤੁਹਾਡਾ ਸਿੱਖ ਹਾਂ, ਮੈਨੂੰ ਤਾਂ ਕੁਝ ਨਹੀਂ ਆਉਂਦਾ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਫਿਰ ਜਿਹੜਾ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਸਿੱਖਿਆ ਹੈ ਨਾ ਉਹੀ ਸਿਖਾਉਣਾ ਕਰੋ। ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸਾਰੀ ਵਿਦਿਆ ਤੇ ਸ਼ਾਸਤਰ ਵਿਦਿਆ, ਘੋੜ ਸਵਾਰੀ, ਤੀਰ ਅੰਦਾਜ਼ੀ, ਤਲਵਾਰਬਾਜੀ, ਸਾਰਾ ਕੁਝ ਬਾਬਾ ਬੁੱਢਾ ਜੀ ਨੇ ਹੀ ਸਿਖਾਉਣਾ ਕੀਤਾ ਸੀ। ਮੀਰੀ ਪੀਰੀ ਦੀਆਂ 2 ਤਲਵਾਰਾਂ ਵੀ ਬਾਬਾ ਬੁੱਢਾ ਜੀ ਨੇ ਹੀ ਪਹਿਨਾਉਣੀਆਂ ਕੀਤੀਆਂ। ਤੇ ਜਦੋਂ ਸਾਧ ਸੰਗਤ ਰਮਦਾਸ ਨਗਰ ਸਨ ਉਸ ਸਮੇਂ ਵੀ ਦਰਸ਼ਨ ਕਰਨ ਵਾਸਤੇ ਆਇਆ ਕਰਦੇ।
125 ਸਾਲ ਦੀ ਉਮਰ ਹੋ ਗਈ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ, ਬਾਬਾ ਜੀ ਤੁਸੀਂ ਹੁਣ ਸੇਵਕ ਭੇਜ ਦਿਆ ਕਰੋ ਤੇ ਅਸੀਂ ਆਪ ਦਰਸ਼ਨ ਦੇਣ ਵਾਸਤੇ ਆਇਆ ਕਰਾਂਗੇ। ਫਿਰ ਸਾਧ ਸੰਗਤ ਸਤਿਗੁਰੂ ਮਹਾਰਾਜ ਆਪ ਦਰਸ਼ਨ ਦੇਣ ਵਾਸਤੇ ਜਾਇਆ ਕਰਨ। ਇੱਕ ਸਮੇਂ ਬਾਬਾ ਜੀ ਨੇ ਬੇਨਤੀ ਕੀਤੀ, ਮਹਾਰਾਜ ਜੀ ਮੇਰੀ ਇੱਛਾ ਹੈ ਕਿ ਮੈਨੂੰ ਜਦੋਂ ਸੰਸਾਰ ਤੋਂ ਜਾਣ ਦਾ ਸਮਾਂ ਆਵੇ ਤੁਹਾਡੇ ਦਰਸ਼ਨ ਹੋਣ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਾਧ ਸੰਗਤ ਆਪ ਬਾਬਾ ਜੀ ਦੇ ਬੁਲਾਉਣ ਤੇ ਰਮਦਾਸ ਨਗਰ ਗਏ ਔਰ ਸਾਰੀ ਰਾਤ ਬਾਬਾ ਬੁੱਢਾ ਜੀ ਦੇ ਨਾਲ ਗੁਰੂ ਘਰ ਦੀਆਂ ਸਾਖੀਆਂ, ਇਤਿਹਾਸ, ਗੁਰਬਾਣੀ ਦੀ ਵਿਚਾਰ ਕਰਨਾ ਕੀਤੀ। ਸਵੇਰ ਦੇ ਸਮੇਂ ਬਾਬਾ ਬੁੱਢਾ ਜੀ ਨੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਜੀ ਹੁਣ ਉਹ ਸਮਾਂ ਆ ਗਿਆ, ਮੇਰਾ ਸੰਸਾਰ ਤੋਂ ਜਾਣ ਦਾ ਸਮਾਂ ਆ ਗਿਆ। ਇਸ਼ਨਾਨ ਕਰਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੀ ਗੋਦ ਵਿੱਚ ਬਾਬਾ ਜੀ ਦਾ ਸੀਸ ਲੈਣਾ ਕੀਤਾ। ਸੀਸ ਗੋਦ 'ਚ ਰੱਖ ਲਿਆ। ਸਤਿਗੁਰਾਂ ਦੇ ਦਰਸ਼ਨ ਕਰਦਿਆਂ ਕਰਦਿਆਂ ਸਰੀਰ ਤਿਆਗ ਦਿੱਤਾ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਫਿਰ ਆਪਣੇ ਹੱਥੀਂ ਬਾਬਾ ਬੁੱਢਾ ਜੀ ਦਾ ਸਰੀਰ ਦਾ ਸੰਸਕਾਰ ਕੀਤਾ। ਅੱਖਾਂ ਵਿੱਚ ਅਥਰੂ ਆ ਗਏ। ਅੱਗੇ ਕਦੇ ਵੀ ਸਤਿਗੁਰੂ ਜੀ ਦੇ ਅੱਖਾਂ ਵਿੱਚ ਅਥਰੂ ਨਹੀਂ ਸੀ ਆਇਆ। ਸਾਧ ਸੰਗਤ ਵਿਰਾਗ ਦੇ ਵਿੱਚ ਕਿ ਬਾਬਾ ਬੁੱਢਾ ਜੀ ਨੇ ਕਿੰਨੀ ਗੁਰੂ ਘਰ ਦੀ ਸੇਵਾ ਕੀਤੀ। 6 ਪਾਤਸ਼ਾਹੀਆਂ ਤੱਕ ਤਾਂ ਗੁਰੂ ਘਰ ਨੂੰ, ਗੁਰੂ ਸਾਹਿਬ ਨੂੰ ਜਿਹੜਾ ਗੁਰਤਾ ਗਦੀ ਤਿਲਕ ਬਾਬਾ ਬੁੱਢਾ ਜੀ ਨੇ ਦੇਣਾ ਕੀਤਾ ਤੇ ਫਿਰ 10 ਪਾਤਸ਼ਾਹੀਆਂ ਤੱਕ ਜਿਹੜਾ ਗੁਰਤਾ ਗੱਦੀ ਦਾ ਤਿਲਕ ਹੈ ਬਾਬਾ ਬੁੱਢਾ ਜੀ ਦੇ ਕੁਲ ਵਿੱਚੋਂ ਦਿੱਤਾ ਗਿਆ। ਇਹ ਵਾਰਸ ਸੀ ਸਤਿਗੁਰਾਂ ਦਾ। ਔਰ ਸਤਿਗੁਰੂ ਮਹਾਰਾਜ ਜੀ ਨੇ ਸਿੱਖੀ ਦੇ ਥੰਮ ਬਾਬਾ ਬੁੱਢਾ ਜੀ ਨੂੰ ਕਹਿਣਾ ਕੀਤਾ ਕਿ ਇਹ ਸਿੱਖੀ ਦਾ ਥੰਮ ਹੈ। ਇੰਨੀ ਮਹਾਨ ਅਵਸਥਾ ਦੇ ਮਹਾਨ ਸਿੱਖੀ ਨੂੰ ਕਮਾਉਣ ਵਾਲੇ ਮਹਾਂਪੁਰਖ ਬਾਬਾ ਬੁੱਢਾ ਜੀ ਦਾ ਅੱਜ ਜਨਮ ਦਿਹਾੜਾ ਹੈ। ਗੁਰੂ ਮਹਾਰਾਜ ਐਸੇ ਮਹਾਂਪੁਰਖ ਭਗਤੀ ਬੰਦਗੀ ਵਾਲੇ ਉਹਨਾਂ ਪਰ ਥਾਏ ਬਚਨ ਕਰਦੇ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਭਾਈ ਗੁਰਦਾਸ ਜੀ ਬਚਨ ਕਰਦੇ, ਬੂੜਾ ਬੁੱਢਾ ਇੱਕ ਮਨ ਧਿਆਵੈ। ਇੱਕ ਮਨ ਹੋ ਕਰਕੇ ਵਾਹਿਗੁਰੂ ਦੇ ਨਾਮ ਨੂੰ ਜਪਣ ਵਾਲੇ। ਕਿੰਨੀਆਂ ਸਾਖੀਆਂ ਨੇ, ਕਿੰਨੀ ਸੇਵਾ ਕੀਤੀ ਸਾਧ ਸੰਗਤ। ਬੀੜ ਸਾਹਿਬ ਜਿੱਥੇ ਅਸੀਂ ਦਰਸ਼ਨ ਕਰਨ ਜਾਂਦੇ ਆ ਨਾ, ਇੱਥੇ ਗੁਰੂ ਘਰ ਦੇ ਜਿਹੜੇ ਪਸ਼ੂ ਹੁੰਦੇ ਸਨ ਉਹਨਾਂ ਨੂੰ ਚਰਾਉਣ ਵਾਸਤੇ ਬਾਬਾ ਜੀ ਰਿਹਾ ਕਰਦੇ। ਫਿਰ ਇੱਥੋਂ ਦੁੱਧ ਚੋ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਾਉਂਦੇ ਸਨ ਸੰਗਤਾਂ ਦੇ ਵਰਤਣ ਵਾਸਤੇ ਸਵੇਰੇ ਸ਼ਾਮ। ਬਾਬਾ ਬੁੱਢਾ ਜੀ ਦੀ 125 ਸਾਲ ਦੀ ਉਮਰ ਸੀ। ਔਰ ਦੇਖੋ ਜਦੋਂ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਆਏ 12 ਸਾਲ ਦੀ ਉਮਰ, ਔਰ ਬਚਨ ਕੀਤਾ ਸੀ, ਮਹਾਰਾਜ ਮੈਨੂੰ ਜਮਾਂ ਤੋਂ ਡਰ ਲੱਗਦਾ ਹੈ। ਤੇ ਗੁਰੂ ਸਾਹਿਬ ਨੇ ਬਚਨ ਕੀਤਾ, ਜਿੱਥੋਂ ਜਮ ਡਰਦੇ ਨੇ ਤੁਸੀਂ ਉੱਥੇ ਆ ਜਾਇਆ ਕਰੋ। ਉਹ ਕੀ ਹੈ? ਗੁਰੂ ਦੀ ਸੰਗਤ। ਜਿੱਥੇ ਸੰਗਤ ਵਿੱਚ ਗੁਰੂ ਸਾਹਿਬ ਬਿਰਾਜਮਾਨ ਹਨ, ਉਹ ਗੁਰੂ ਸਾਹਿਬਾਂ ਦੀ ਸੰਗਤ ਜਿੱਥੋਂ ਜਮ ਵੀ ਡਰ ਕੇ ਭੱਜ ਜਾਂਦਾ ਹੈ। ਤੇ ਬਾਬਾ ਬੁੱਢਾ ਜੀ ਦਾ ਨਾਮ ਲੈ ਕਰਕੇ ਵੀ ਜਮ ਦੂਰ ਹੋ ਜਾਂਦਾ ਹੈ। ਸੋ ਐਸੇ ਮਹਾਨ ਕਰਨੀ ਵਾਲੇ ਮਹਾਂਪੁਰਖ ਬ੍ਰਹਮ ਗਿਆਨੀ ਤਤ ਬੇਤੇ, ਉਹਨਾਂ ਦੇ ਜੀਵਨ ਤੋਂ ਅਸੀਂ ਵੀ ਸਿੱਖੀਏ ਭਾਈ ਕਿ ਅਸੀਂ ਵੀ ਸਿੱਖੀ ਕਿਵੇਂ ਕਮਾਉਣੀ ਹੈ। ਸਿੱਖੀ ਤਦੋਂ ਹੀ ਕਮਾਈ ਜਾਂਦੀ ਹੈ ਜਿਹੜਾ ਸਿੱਖ ਗੁਰੂ ਦੀ ਮੱਤ ਲੈ ਕਰਕੇ ਜੀਵਨ ਬਣਾ ਲਵੇ। ਗੁਰੂ ਸਾਹਿਬ ਨੇ ਸਾਨੂੰ ਬਾਣੀ ਅੰਦਰ ਬੇਅੰਤ ਉਪਦੇਸ਼ ਬਖਸ਼ਿਆ ਹੈ। ਜੀਵਨ ਅੰਦਰ ਕਮਾਈਏ। ਸਮਾਪਤੀ ਹੈ ਹੋਈਆਂ ਭੁੱਲਾਂ ਚੁੱਕਾਂ ਦੀ। ਗੁਰੂ ਰੂਪ ਖਾਲਸਾ ਸਾਧ ਸੰਗਤ ਮਾਫੀ ਬਖਸ਼ਣੀ, ਅੱਗੇ ਵਾਸਤੇ ਸਮੱਤ ਬਖਸ਼ਣੀ। ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ।
ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।